ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਨਿਰਗੁਣ ਨਾਮ ਨਿਧਾਨ ਹੈ, ਸਹਿਜੇ ਸੋਝੀ ਹੋਏ। ਗੁਣਵੰਤੀ ਸਾਲਾਹਿਆ, ਸੱਚੇ ਸੱਚੀ ਸੋਏ। ਨਿਰਗੁਣ ਨਾਮ ਨਿਧਾਨ ਹੈ, ਸਹਿਜੇ ਸੋਝੀ ਹੋਏ। ਗੁਣਵੰਤੀ ਸਾਲਾਹਿਆ, ਸੱਚੇ ਸੱਚੀ ਸੋਏ। ਭੁੱਲਿਆ ਸਹਿਜ ਮਿਲਾਏ ਸੀ, ਸ਼ਬਦ ਮਿਲਾਵਾ ਹੋਏ। ਭੁੱਲਿਆ ਸਹਿਜ ਮਿਲਾਏ ਸੀ, ਸ਼ਬਦ ਮਿਲਾਵਾ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ। ਇਹ ਪਵਿੱਤਰ ਬਚਨ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ, ਜੋ ਸ਼੍ਰੀ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 68 ਉੱਪਰ ਸੁਭਾਏਮਾਨ ਹਨ। ਇਹਨਾਂ ਬਚਨਾਂ ਰਾਹੀਂ ਸਤਿਗੁਰੂ ਮਹਾਰਾਜ ਜੀ ਕੀ ਫਰਮਾਨ ਬਖਸ਼ਿਸ਼ ਕਰਦੇ ਹਨ। ਪਵਿੱਤਰ ਸ਼ਬਦ ਚੱਲ ਰਿਹਾ ਸੀ, ਸਹਿਜੈ ਨੋ ਸਭ ਲੋਚਦੀ, ਬਿਨ ਕੁਰ ਪਾਇਆ ਨਾ ਜਾਏ। ਸਹਿਜ ਅਵਸਥਾ, ਗਿਆਨ ਦੀ ਅਵਸਥਾ, ਆਨੰਦ ਦੀ ਅਵਸਥਾ ਨੂੰ ਭਾਵੇਂ ਲੱਭਦੇ ਸਾਰੇ ਫਿਰਦੇ ਹਨ, ਪਰ ਗੁਰੂ ਤੋਂ ਬਗੈਰ ਇਹ ਅਵਸਥਾ ਪ੍ਰਾਪਤ ਨਹੀਂ ਹੁੰਦੀ। ਕਿਉਂਕਿ ਬਹੁਤੇ ਸੁੱਖ ਸ਼ਾਂਤੀ ਅਨੰਦਤਾ ਚਾਹੁੰਦੇ ਹੈ, ਪਰ ਗੁਰੂ ਵਾਲੇ ਬਣਨ ਨੂੰ ਤਿਆਰ ਨਹੀਂ। ਗੁਰੂ ਦੀ ਸੰਗਤ ਨਹੀਂ ਕਰਦੇ, ਗੁਰੂ ਕੋਲ ਜਾਂਦੇ ਨਹੀਂ, ਗੁਰੂ ਨੂੰ ਪੁੱਛਦੇ ਨਹੀਂ, ਜਾਂ ਫਿਰ ਜੋ ਗੁਰੂ ਦੱਸਦਾ ਹੈ ਉਸ ਨੂੰ ਮੰਨਦੇ ਨਹੀਂ। ਇਸ ਕਰਕੇ ਫਿਰ ਉਹ ਅਵਸਥਾ ਨਹੀਂ ਬਣਦੀ ਜਿੰਨਾ ਚਿਰ ਗੁਰੂ ਦੀ ਰਜ਼ਾ ਵਿੱਚ ਨਹੀਂ ਚੱਲਦੇ। ਜਿਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਆਪ ਚੱਲਣਾ ਕੀਤਾ, ਔਰ ਜੋ ਉਹਨਾਂ ਨੇ ਫੀਲ ਕੀਤਾ, ਅਨੁਭਵ ਕੀਤਾ, ਉਹ ਉਹਨਾਂ ਨੇ ਸਾਨੂੰ ਦੱਸਣਾ ਵੀ ਕੀਤਾ ਵੀ ਸਿੱਖਾ ਤੂੰ ਵੀ ਇੱਦਾਂ ਕਰ, ਮੈਂ ਵੀ ਇੱਦਾਂ ਕੀਤਾ ਹੈ, ਤੂੰ ਵੀ ਇੱਦਾਂ ਕਰ। ਜਿਵੇਂ ਉਹਨਾਂ ਨੇ ਸਤਿਗੁਰੂ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਰਹਿ ਕਰਕੇ 12 ਸਾਲ ਲਗਾਤਾਰ ਸੇਵਾ ਕੀਤੀ, ਤੇ ਫਿਰ ਉਹ ਆਪ ਦੱਸਦੇ ਹੈ, ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ, ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ। ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜੋ ਸਭ ਦਾ ਮਾਤਾ ਪਿਤਾ ਹੈ, ਆਪ ਹੀ ਸਭ ਦੀ ਸਾਰ ਲੈਣ ਵਾਲਾ ਹੈ, ਖਬਰ ਲੈਣ ਵਾਲਾ ਹੈ, ਅਤੇ ਆਪ ਹੀ ਸੇਵਾ ਲਾ ਕੇ ਉਹਦੇ ਬਹਾਨੇ ਬਖਸ਼ਾਂ ਕਰਨ ਵਾਲਾ ਹੈ। ਕੱਲ੍ਹ ਆਪਾਂ ਇਹ ਸ਼ਬਦ ਦਾ 7ਵਾਂ ਪਦਾ ਸਰਵਣ ਕੀਤਾ ਸੀ। ਨਿਰਗੁਣ ਨਾਮ ਨਿਧਾਨ ਹੈ, ਸਹਿਜੇ ਸੋਝੀ ਹੋਏ। ਨਿਰਗੁਣ ਗੁਣਾ ਤੋਂ ਰਹਿਵ ਜੀਵਤ, ਹੇ ਔਗਣ ਹਾਰੇ ਜੀਵ। ਭਾਵ ਸਤਿਗੁਰੂ ਸਾਨੂੰ ਸੰਬੋਧਨ ਕਰਦੇ ਆ, ਨਿਰਗੁਣ ਨਾਮ ਨਿਧਾਨ ਹੈ, ਨਾਮ ਹੀ ਵੱਡਾ ਖਜ਼ਾਨਾ ਹੈ। ਹੇ
ਔਗਣਾਂ ਦੇ ਭਰੇ ਮੇਰੇ ਮਨ ਜੀਵ ਆਤਮਾ ਤੇਰੇ ਲਈ ਪਰਮੇਸ਼ਰ ਦਾ ਨਾਮ ਹੀ ਵੱਡਾ ਖਜ਼ਾਨਾ ਹੈ। ਜੋ ਨਾਮ ਤਿੰਨਾਂ ਗੁਣਾਂ ਤੋਂ ਪਰੇ ਹੈ, ਨਿਰਗੁਣ, ਇਹਨਾਂ ਤਿੰਨਾਂ ਗੁਣਾਂ ਤੋਂ ਪਰੇ ਜੋ ਪਰਮੇਸ਼ਰ ਦਾ ਨਾਮ ਹੈ, ਜੋ ਅਤੀਤ ਹੈ, ਨਿਰਾਕਾਰ ਸਰੂਪ ਹੈ, ਸਾਰੀਆਂ ਨਿਧੀਆਂ ਤੇ ਸੁੱਖਾਂ ਦਾ ਖਜ਼ਾਨਾ ਹੈ, ਪਰ ਉਸ ਨੂੰ ਜਾਣਿਆ ਜਾ ਸਕਦਾ ਹੈ ਸਹਿਜੇ ਸੋਝੀ ਹੋਏ ਗਿਆਨ ਰਾਹੀਂ। ਸਹਿਜ ਦੇ ਕਈ ਅਰਥ ਬਣਨਗੇ। ਸਹਿਜ ਭਾਵ ਆਰਾਮ ਨਾਲ, ਹੌਲੀ ਹੌਲੀ, ਸਮਝ ਕੇ। ਸਹਿਜ ਦਾ ਮਤਲਬ ਗੁਰੂ ਤੋਂ ਗਿਆਨ ਪ੍ਰਾਪਤ ਕਰਕੇ ਗਿਆਨ ਰਾਹੀਂ। ਸਹਿਜ ਦਾ ਮਤਲਬ ਸ਼ਾਂਤੀ ਨਾਲ। ਜਦੋਂ ਕੋਈ ਅਸੀਂ ਬਾਣੀ ਨੂੰ ਸੋਚ ਸਮਝ ਕੇ ਵਿਚਾਰ ਕੇ ਪੜ੍ਹਾਂਗੇ ਤਾਂ ਇਸ ਦਾ ਗਿਆਨ ਪ੍ਰਾਪਤ ਹੋਵੇਗਾ। ਗਿਆਨ ਦੇ ਨਾਲ ਉਹ ਸਹਿਜ ਅਵਸਥਾ ਬਣੇਗੀ। ਤੋ ਸਹਿਜੇ ਸੋਝੀ ਹੋਏ ਗਿਆਨ ਦੁਆਰਾ ਹੀ ਉਸ ਦੀ ਸੋਝੀ ਭਾਵ ਸਮਝ ਆਉਂਦੀ ਹੈ ਮਨੁੱਖ ਨੂੰ। ਨਿਰਗੁਣ ਨਾਮ ਨਿਧਾਨ ਹੈ, ਸਹਿਜੇ ਸੋਝੀ ਹੋਏ, ਗੁਣਵੰਤੀ ਸਲਾਹਿਆ, ਸੱਚੈ ਸੱਚੀ ਸੋਏ। ਗੁਣਵੰਤੀ ਜਿਹੜੇ ਗੁਣਾਂ ਦੇ ਸਹਿਤ ਮਹਾਂਪੁਰਸ਼ ਬ੍ਰਹਮ ਗਿਆਨੀ ਰੱਬ ਦੇ ਪਿਆਰੇ। ਕਿਉਂਕਿ ਪਹਿਲਾਂ ਮਨੁੱਖ ਦੇ ਅੰਦਰ ਬਦਲਾਅ ਆਉਂਦਾ ਹੈ। ਜੀਵਨ ਦੇ ਵਿੱਚ ਗੁਣ ਹੋਣੇ ਜ਼ਰੂਰੀ ਹੈ। ਗੁਣਾਂ ਤੋਂ ਬਗੈਰ ਭਗਤੀ ਨਹੀਂ ਹੁੰਦੀ। ਭਾਵ ਔਗਣ ਛੱਡ ਕੇ ਫਿਰ ਹੀ ਗੁਣ ਗ੍ਰਹਿਣ ਹੋਣਗੇ। ਜਦੋਂ ਮਨੁੱਖ ਦੇ ਅੰਦਰੋਂ ਪੰਜੇ ਵਿਕਾਰ ਛੁੱਟ ਜਾਂਦੇ ਨੇ ਤਾਂ ਮਾਨੋ ਉਹ ਔਗਣ ਨਿਕਲ ਜਾਂਦੇ ਹੈ ਔਰ ਉਹਨਾਂ ਦੀ ਥਾਂ 'ਤੇ ਪੰਜੇ ਚੰਗੇ ਸ਼ਬਦ ਆ ਜਾਂਦੇ ਹਨ। ਦਇਆ, ਧਰਮ, ਹਿੰਮਤ, ਸਤ ਸੰਗਤ ਕਰਨੀ, ਸੱਚ ਬੋਲਣਾ, ਨਾਮ ਨਾਲ ਜੁੜਨਾ, ਇਹ ਆਉਣੇ ਸ਼ੁਰੂ ਹੋ ਜਾਂਦੇ ਹੈ। ਔਗਣ ਨਿਕਲ ਜਾਂਦੇ ਹੈ, ਗੁਣ ਭਰ ਜਾਂਦੇ ਹਨ। ਪੰਜ ਵਿਕਾਰ ਨਿਕਲ ਜਾਂਦੇ ਹਨ। ਜਿਹੜੇ ਪਿੱਛੋਂ ਲੈ ਕੇ ਆਇਆ ਪੰਜ ਗੁਣ ਜਿਹੜੇ ਨਿਕਲ ਚੁੱਕੇ ਸੀ ਦੁਬਾਰਾ ਫਿਰ ਆ ਜਾਂਦੇ ਆ। ਜਿਸ ਤਰ੍ਹਾਂ ਪ੍ਰੀਤਮ ਦਾ ਬਚਨ ਹੈ, ਚਾਰ ਪਦਾਰਥ ਲੈ ਜਗ ਆਇਆ, ਸ਼ਿਵ ਸ਼ਕਤੀ ਕਰ ਵਾਸਾ ਪਾਇਆ। ਏਕ ਵਿਸਾਰੇ ਤਾਂ ਪਿੜ ਹਾਰੇ, ਅੰਧਲੇ ਨਾਮ ਵਿਸਾਰਾ ਹੈ। ਉਹਨਾਂ ਚਾਰ ਵਸਤੂਆਂ 'ਚੋਂ, ਚਾਰ ਗੁਣਾਂ 'ਚੋਂ ਜੇ ਇੱਕ ਵੀ ਗੁਣ ਛੱਡ ਦਿੰਦਾ ਹੈ ਤਾਂ ਇਹਦਾ ਜੀਵਨ ਖਰਾਬ ਹੋ ਸਕਦਾ ਹੈ। ਸਤਿਗੁਰੂ ਕਹਿਣ ਲੱਗੇ, ਪਰ ਇਸ ਨੇ ਤਾਂ ਸ਼੍ਰੋਮਣੀ ਪਰਮੇਸ਼ਰ ਦਾ ਨਾਮ ਹੀ ਛੱਡ ਦਿੱਤਾ ਹੈ। ਇਸ ਕਰਕੇ ਇਸ ਦਾ ਉਧਾਰ ਕਿਵੇਂ ਹੋ ਸਕਦਾ ਹੈ? ਤਾਂ ਤੇ ਸਾਨੂੰ ਕਹਿੰਦੇ ਉਹ ਔਗਣਹਾਰੇ ਜੀਵ, ਉਹ ਤਿੰਨਾਂ ਗੁਣਾਂ ਤੋਂ ਪਰੇ ਚੌਥੇ ਗੁਣ ਵਿੱਚ ਵਿਰਾਜਣ ਵਾਲਾ ਪਰਮੇਸ਼ਰ ਦਾ ਨਾਮ ਨਿਰਾਕਾਰ ਜੋ ਹੈ, ਉਸ ਦੇ ਨਾਲ ਜੁੜਨਾ ਕਰ। ਉਸ ਨਾਮ ਦੇ ਰਾਹੀਂ ਹੀ ਤੈਨੂੰ ਸਾਰੇ ਖਜ਼ਾਨਿਆਂ ਦੀ ਪ੍ਰਾਪਤੀ ਹੋ ਸਕਦੀ ਆ। ਗੁਣਵੰਤੀ ਸਲਾਹਿਆ, ਜਿਨ੍ਹਾਂ ਨੇ ਗੁਣਾਂ ਦੇ ਰਾਹੀਂ, ਜੀਵਨ 'ਚ ਬਦਲਾਅ ਵੀ ਜ਼ਰੂਰੀ ਹੈ ਨਾ। ਜੋ ਗੁਰੂ ਕਹਿੰਦਾ ਉਹ ਕਰਨਾ ਪੈਣਾ, ਜੋ ਗੁਰੂ ਛੱਡਣ ਨੂੰ ਕਹਿੰਦਾ ਉਹ ਛੱਡਣਾ ਪੈਣਾ, ਜੋ ਗ੍ਰਹਿਣ ਕਰਨ ਨੂੰ ਕਹਿੰਦਾ ਉਹ ਗ੍ਰਹਿਣ ਕਰਨਾ ਪੈਣਾ, ਫਿਰ ਹੀ ਗੱਲ ਬਣਨੀ ਹੈ। ਭਾਵ ਗੁਣਵੰਤੀ, ਗੁਣਾਂ ਨੂੰ ਧਾਰਨ ਕਰਕੇ ਜਿਨ੍ਹਾਂ ਪਰਮੇਸ਼ਰ ਦੇ ਪਿਆਰਿਆਂ ਨੇ, ਗੁਰਮੁਖਾਂ ਨੇ, ਬ੍ਰਹਮ ਗਿਆਨੀਆਂ ਨੇ, ਸੰਤਾਂ ਮਹਾਤਮਾ ਨੇ, ਸਾਧਨਾ ਕਰਨ ਵਾਲਿਆਂ ਨੇ ਉਸ ਨੂੰ ਸਲਾਹੁਣਾ ਕੀਤਾ। ਗੁਣਵੰਤੀ ਸਲਾਹਿਆ, ਸੱਚੈ ਸੱਚੀ ਸੋਏ, ਉਹ ਸੱਚੇ ਹੋ ਗਏ। ਉਹਨਾਂ ਦੀ ਆਤਮਾ ਵੀ ਸੱਚੀ ਹੋ ਗਈ। ਉਹਨਾਂ ਦੀ ਸ਼ੋਭਾ ਵੀ ਹੁੰਦੀ ਹੈ ਸੱਚੀ ਲੋਕ ਤੇ ਪਰਲੋਕ ਵਿੱਚ। ਉਹਨਾਂ ਦੀ ਉਹ ਸ਼ੋਭਾ ਹੁੰਦੀ ਹੈ ਜੋ ਕਦੇ ਖਤਮ ਨਹੀਂ ਹੋ ਸਕਦੀ। ਜਿਨ੍ਹਾਂ ਨੇ ਗੁਣਾਂ ਨੂੰ ਗ੍ਰਹਿਣ ਕਰਕੇ ਨਾਮ ਜਪਣਾ ਸ਼ੁਰੂ ਕੀਤਾ। ਭੁੱਲਿਆ ਸਹਿਜ ਮਿਲਾਏ ਸੀ, ਸ਼ਬਦ ਮਿਲਾਵਾ ਹੋਏ। ਇਸ ਤਰ੍ਹਾਂ ਜਿਹੜੇ ਜੀਵ ਅਗਿਆਨ ਕਰਕੇ ਭਰਮ ਭੁਲੇਖਿਆਂ ਵਿੱਚ ਭਟਕ ਰਹੇ ਸੀ,
ਉਹਨਾਂ ਨੂੰ ਧੰਨ ਗੁਰੂ ਨਾਨਕ ਜੀ ਨੇ ਘਰੋਂ ਘਰੀ ਜਾ ਕੇ 4 ਉਦਾਸੀਆਂ ਲਾ ਕੇ ਜੀਵਾਂ ਦੇ ਕੋਲ ਜਾ ਕੇ ਉਹਨਾਂ ਨੂੰ ਆਪਣੇ ਨਾਲ ਜੋੜਨਾ ਕੀਤਾ। 4 ਉਦਾਸੀਆਂ ਲਾ ਕੇ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਯਾਤਰਾ ਕੀਤੀ ਔਰ ਭੁੱਲਿਆਂ ਹੋਇਆਂ ਨੂੰ ਸਿੱਧੇ ਰਸਤੇ ਪਾਇਆ। ਭੁੱਲੈ ਮਾਰਗ ਜਿਨੇ ਬਤਾਇਆ, ਐਸਾ ਗੁਰਵਡ ਭਾਗੀ ਪਾਇਆ। ਆਪਾਂ ਨੂੰ ਵੱਡੇ ਭਾਗਾਂ ਦੇ ਨਾਲ ਐਸਾ ਗੁਰੂ ਨਾਨਕ ਪ੍ਰਾਪਤ ਹੋਇਆ, ਜਿਨ੍ਹਾਂ ਨੇ ਸਾਨੂੰ ਭੁੱਲਿਆਂ ਭਟਕਿਆਂ ਨੂੰ ਸਿੱਧੇ ਰਸਤੇ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ, ਵਸ ਰਹੇ ਹਿਰਦੈ ਗੁਰ ਚਰਨ ਪਿਆਰੇ। ਇਸ ਤਰ੍ਹਾਂ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਨੇ ਕਿਰਪਾ ਕੀਤੀ, ਸਾਨੂੰ ਆਪਣੇ ਚਰਨੀ ਲਾ ਕੇ ਸਾਡੇ ਹਿਰਦੇ ਵਿੱਚ ਆਪਣੇ ਸ਼ਬਦ ਰੂਪੀ ਚਰਨ ਰੱਖ ਕਰਕੇ ਸਾਨੂੰ ਆਪਣਾ ਬਣਾ ਲਿਆ। ਭੁੱਲਿਆ ਸਹਿਜ ਮਿਲਾਏ ਸੀ, ਇਹ ਗਿਆਨ ਦੇ ਰਾਹੀਂ ਹੀ ਭੁੱਲਿਆ ਭਟਕਾ ਬੰਦਾ ਸਹੀ ਰਸਤੇ ਤੇ ਆ ਜਾਂਦਾ। ਗਿਆਨ ਨਾਲ ਹੀ ਆਉਂਦਾ ਨਾ। ਜਿਸ ਤਰ੍ਹਾਂ ਗੁਰੂ ਪਿਆਰਿਓ, ਮਨੁੱਖ ਉਦੋਂ ਦੁਬਿਧਾ ਵਿੱਚ ਪੈ ਜਾਂਦਾ ਹੈ ਜਦੋਂ ਕਈ ਰਸਤੇ ਸਾਹਮਣੇ ਆ ਜਾਣ, ਫਿਰ ਸਮਝ ਨਹੀਂ ਆਉਂਦੀ ਕਿਹੜੇ ਰਸਤੇ ਤੇ ਚੱਲਣਾ ਹੈ। ਕਿਸੇ ਯਾਤਰਾ ਤੇ ਜਾ ਰਿਹਾ, ਅੱਗੋਂ ਰਸਤੇ ਪਾਟ ਗਏ, 3-4 ਬਣ ਗਏ, ਤਾਂ ਉੱਥੇ ਫਿਰ ਇਹ ਰੁਕ ਜਾਂਦਾ, ਇਹਦਾ ਚੱਲਣਾ ਬੰਦ ਹੋ ਜਾਂਦਾ ਹੈ। ਸਮਝ ਨਹੀਂ ਆਉਂਦੀ ਮੇਰਾ ਰਸਤਾ ਕਿਹੜਾ ਹੈ। ਉਸ ਵੇਲੇ ਫਿਰ ਕੌਣ ਦੱਸਦਾ ਤੂੰ ਇਸ ਰਸਤੇ ਤੇ ਚੱਲ? ਸ਼ਬਦ ਗਿਆਨ। ਜਿਹੜਾ ਕੋਈ ਉਹਨਾਂ ਰਸਤਿਆਂ ਦਾ ਜਾਣੂ ਹੋਵੇ ਤਾਂ ਉਹ ਸਾਨੂੰ ਸਾਡਾ ਰਸਤਾ ਦੱਸ ਦਿੰਦਾ, ਤੇ ਫਿਰ ਜੀਵ ਦੀ ਯਾਤਰਾ ਜਿਹੜੀ ਹੈ ਪਰਮੇਸ਼ਰ ਵੱਲ ਚੱਲ ਪੈਂਦੀ ਹੈ। ਜਾਂ ਫਿਰ ਜਿਵੇਂ ਕਿਸੇ ਚੌਂਕ ਵਿੱਚ ਚਲੇ ਜਾਈਏ, ਉੱਥੇ ਬੋਰਡ ਲੱਗੇ ਹੁੰਦੇ ਹੈ, ਉਹਨਾਂ ਬੋਰਡਾਂ 'ਤੇ ਲਿਖੇ ਸ਼ਬਦ ਵੀ ਸਾਡਾ ਮਾਰਗ ਦਰਸ਼ਨ ਕਰਦੇ ਹੈ, ਜਿਵੇਂ ਗੁਰਬਾਣੀ ਮਾਰਗ ਦਰਸ਼ਨ ਕਰਦੀ ਹੈ। ਉਹ ਲਿਖੇ ਹੋਏ ਸ਼ਬਦ ਵੀ ਜੀਵ ਦਾ ਮਾਰਗ ਦਰਸ਼ਨ ਕਰਦੇ ਹੈ ਵੀ ਤੂੰ ਜਿਹੜੇ ਰਸਤੇ ਜਾਣਾ ਉਹ ਆਹ ਰਸਤਾ ਹੈ। ਉਹਨਾਂ ਸ਼ਬਦਾਂ ਦੇ ਨਾਲ ਜੁੜ ਕਰਕੇ ਅਸੀਂ ਆਪਣੇ ਮਾਰਗ ਤੇ ਜਾ ਸਕਦੇ ਹਾਂ। ਸਹਿਜੇ ਹੀ ਭੁੱਲਿਆ ਸਹਿਜ ਮਿਲਾਏ ਸੀ, ਸ਼ਬਦ ਮਿਲਾਵਾ ਹੋਏ। ਇਸੇ ਕਰਕੇ 10 ਗੁਰੂਆਂ ਨੇ ਗੁਰਬਾਣੀ ਨੂੰ ਮਹਾਨ ਕਿਹਾ। ਬਾਹੋ ਬਾਹੋ ਬਾਣੀ ਨਿਰੰਕਾਰ ਹੈ, ਤੇ ਜੇਵੜ ਅਵਰ ਨਾ ਕੋਏ। ਇਹ ਬਾਣੀ ਹੀ ਪਰਮੇਸ਼ਰ ਦਾ ਰੂਪ ਹੈ। ਜੇ ਇਹ ਬਾਣੀ ਸੱਚਖੰਡ ਵਿੱਚ ਪਰਮੇਸ਼ਰ ਹੈ ਤੇ ਦੁਨੀਆ ਵਿੱਚ ਇਹ ਗੁਰੂ ਹੈ। ਇੱਥੇ ਗੁਰੂ ਬਣ ਕੇ ਸਾਨੂੰ ਸਮਝਾਉਣ ਆਈ ਹੈ, ਤੇ ਫਿਰ ਇਹ ਸ਼ਬਦ ਸਾਡੀ ਸੁਰਤ ਨੂੰ ਨਾਲ ਲੈ ਕੇ ਆਪਣੇ ਦੇਸ਼ ਲੈ ਜਾਂਦਾ। ਕੈਸੀ ਕਿਰਪਾ ਸਤਿਗੁਰ ਦੀ, ਕਿ ਜੋ ਅਕਾਲ ਪੁਰਖ ਨਿਰੰਕਾਰ ਨਿਰਾ ਆਕਾਰ ਸੱਚਖੰਡ ਵਿੱਚ ਕਿਤੇ ਵਸਦਾ ਹੈ, ਉੱਥੋਂ ਜੀਵ ਆਤਮਾ ਦੁਨੀਆ 'ਚ ਆਇਆ, ਹੁਣ ਇਹਨੇ ਵਾਪਸ ਉੱਥੇ ਜਾਣਾ, ਤੇ ਉੱਥੇ ਕੌਣ ਲੈ ਕੇ ਜਾਊਗਾ? ਸ਼ਬਦ। ਸ਼ਬਦ ਹੀ ਸਾਨੂੰ ਉਸ ਥਾਂ ਤੇ ਲੈ ਜਾਂਦਾ ਹੈ ਜਿੱਥੋਂ ਅਸੀਂ ਭਟਕੇ ਹੋਏ ਹਾਂ। ਭੁੱਲਿਆ ਸਹਿਜ ਮਿਲਾਏ ਸੀ। ਸ਼ਬਦੀ ਗਿਆਨ ਹੀ ਸੀਬ ਨੂੰ ਉਸ ਥਾਂ ਤੇ ਲੈ ਜਾਂਦਾ ਜਿੱਥੋਂ ਇਹ ਹਜ਼ਾਰਾਂ ਸਾਲਾਂ ਤੋਂ ਭਟਕਦਾ ਘੁੰਮ ਰਿਹਾ ਹੈ। ਜਿੱਦਣ ਇਸ ਨੂੰ ਗੁਰੂ ਦਾ ਗਿਆਨ ਪ੍ਰਾਪਤ ਹੋ ਗਿਆ, ਭੁੱਲਿਆ ਸਹਿਜ ਮਿਲਾਏ ਸੀ, ਸ਼ਬਦ ਮਿਲਾਵਾ ਹੋਏ। ਬਿਨ ਸਹਿਜੇ ਸਭ ਅੰਧ ਹੈ, ਗਿਆਨ ਤੋਂ ਬਗੈਰ ਸਭ ਹਨੇਰਾ ਹੈ। ਅੰਨੇ ਹਨ, ਅਗਿਆਨਤਾ ਹੈ। ਜਿਸ ਤਰ੍ਹਾਂ ਕੋਈ ਗੂੰਗਾ ਤੇ ਬੋਲਾ ਮਨੁੱਖ ਹੁੰਦਾ ਹੈ, ਨਾ ਤਾਂ ਉਹ ਬੋਲ ਕੇ ਆਪਣੀ ਬਿੱਥਾ ਦੱਸ ਸਕਦਾ ਹੈ ਤੇ ਨਾ ਉਹਨੂੰ ਸੁਣਦਾ ਹੈ। ਨਾ ਉਸ ਨੂੰ ਸੁਣਦਾ, ਨਾ ਉਹ ਬੋਲ ਕੇ ਦੱਸ ਸਕਦਾ, ਨਾ ਪੁੱਛ ਸਕਦਾ, ਨਾ ਸੁਣਦਾ। ਐਸਾ ਹੀ ਇਸ ਮਨੁੱਖ ਦਾ ਹਾਲ ਹੈ। ਪਾਤਸ਼ਾਹ ਨੇ ਬਾਣੀ 'ਚ ਲਿਖਿਆ ਨਾ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਭਚੋਲਾ। ਮਾਇਆ ਧਾਰੀ, ਜਿਸ ਦੇ ਦਿਮਾਗ ਤੇ ਮਾਇਆ ਦਾ ਪਰਦਾ ਪਿਆ ਹੋਇਆ, ਵਿਸ਼ੇ ਵਿਕਾਰਾਂ ਦਾ ਪਰਦਾ ਪਿਆ ਹੋਇਆ, ਸੰਸਾਰ ਦੇ ਲੋਭ ਲਾਲਚ ਦਾ ਪਰਦਾ ਪਿਆ ਹੋਇਆ, ਕਾਮ ਕ੍ਰੋਧ ਹੰਕਾਰ ਦਾ ਜਿਨ੍ਹਾਂ ਦੇ ਦਿਮਾਗ ਤੇ ਪਰਦਾ ਪਿਆ, ਬੁੱਧੀ ਦਾ ਪਰਦਾ ਪਿਆ ਬੁੱਧੀ ਤੇ, ਉਹਨਾਂ ਨੂੰ ਕੁਛ ਵੀ ਸਮਝ ਨਹੀਂ ਆਉਂਦਾ। ਉਹਨਾਂ ਨੂੰ ਸ਼ਬਦ ਜਿਹੜਾ ਹੈ
ਉਹ ਸਮਝ ਨਹੀਂ ਆਉਂਦਾ। ਗੁਰੂਆਂ ਦੇ ਸਮੇਂ ਦੇ ਵਿੱਚ ਵੀ ਐਸੇ ਬਹੁਤ ਮਨੁੱਖ ਸਨ ਜਿਨ੍ਹਾਂ ਨੂੰ ਗੁਰੂ ਦੀ ਸਮਝ ਨਹੀਂ ਆਈ, ਜਿਨ੍ਹਾਂ ਨੇ ਉਸ ਵੇਲੇ ਗੁਰੂ ਨੂੰ ਗੁਰੂ ਨਹੀਂ ਮੰਨਿਆ, ਰੱਬ ਨਹੀਂ ਸਮਝਿਆ। ਬਾਅਦ 'ਚ ਪਤਾ ਲੱਗਿਆ ਵੀ ਉਹ ਤਾਂ ਉਹ ਸੀ, ਇਹ ਤਾਂ ਪਰਮੇਸ਼ਰ ਦੇ ਸਰੂਪ ਸਨ, ਜਿਨ੍ਹਾਂ ਨੂੰ ਅਸੀਂ ਆਪਣੇ ਰਿਸ਼ਤੇਦਾਰ ਸਾਕ ਸੰਬੰਧੀ ਸਮਝਦੇ ਰਹੇ। ਜਿਵੇਂ ਪ੍ਰਿਥੀ ਚੰਦ ਆਪਣੇ ਬਾਪੂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਕੇਵਲ ਪਿਤਾ ਹੀ ਸਮਝਦਾ ਰਿਹਾ। ਸਤਿਗੁਰੂ ਅਰਜਨ ਦੇਵ ਜੀ ਉਹਨਾਂ ਤੋਂ ਲਾਹਾ ਖੱਟ ਗਏ, ਕਹੋ ਸਤਨਾਮ ਸਤ ਵਚਨ ਕਹਿ ਕੇ। ਆਮ ਕਹਾਵਤ ਵੀ ਹੈ ਸਿਆਣਿਆਂ ਦੀ ਕਿ 4 ਜਣੇ ਰੱਬ ਦੇ ਪਿਆਰਿਆਂ ਤੋਂ ਲਾਹਾ ਨਹੀਂ ਖੱਟ ਸਕਦੇ। ਨਾਨਕ ਦਾਦਕ ਸਹੁਰੇ ਬਾਲੀ, ਨਾਨਕੇ ਦੋਤਰਾ ਸਮਝਦੇ ਆ, ਦਾਦਕੇ ਪੁੱਤਰ ਸਮਝਦੇ ਆ, ਆਪਣੇ ਬੱਚਾ ਸਮਝਦੇ ਆ। ਸਹੁਰੇ ਕੇਵਲ ਆਪਣਾ ਜਵਾਈ ਸਮਝਦੇ ਆ ਤੇ ਬਾਲੀ ਮਿੱਤਰ ਦੋਸਤ ਮਿੱਤਰ ਕੇਵਲ ਆਪਣਾ ਦੋਸਤ ਮਿੱਤਰ ਸਮਝਦੇ ਨੇ। ਉਹਨਾਂ ਨੂੰ ਉਹਨਾਂ ਦੇ ਵਿੱਚੋਂ ਰੱਬ ਦਿਖਾਈ ਨਹੀਂ ਦਿੰਦਾ। ਕੋਈ ਸਤਨਾਮ ਸ੍ਰੀ ਨਾਨਕ ਦਾਦਕ ਸਹੁਰੇ ਬਾਲੀ, ਚਾਰੋਂ ਰਹੇ ਸੰਤ ਸੇ ਖਾਲੀ। ਤੋ ਇਸ ਕਰਕੇ ਮੇਰੇ ਪ੍ਰੀਤਮ ਜੀ ਕਹਿੰਦੇ ਗਿਆਨ ਤੋਂ ਬਗੈਰ ਸਭ ਅੰਨੇ ਹਨ। ਔਰ ਅੰਨੇ ਕੇਵਲ ਇੱਥੇ ਅੱਖਾਂ ਕਰਕੇ ਨਹੀਂ ਹੈਗੇ। ਮਾਇਆ ਮੋਹ ਗੁਬਾਰ, ਮਾਇਆ ਦਾ ਗਾੜਾ ਹਨੇਰਾ ਚੜਿਆ ਹੋਇਆ ਇਹਨਾਂ ਦੀ ਬੁੱਧੀ ਦੇ ਉੱਤੇ। ਮਾਇਆ ਦਾ ਪ੍ਰਭਾਵ ਪਿਆ ਹੋਇਆ। ਬਿਨ ਸ਼ਬਦੈ ਸਭ ਅੰਧ ਹੈ, ਮਾਇਆ ਮੋਹ ਗੁਬਾਰ ਅੰਨੇ ਹੀ ਹਨ। ਮਾਇਆ ਦੇ ਮੋਹ ਕਾਰਨ ਅਗਿਆਨਤਾ ਦੇ ਗੂੜੇ ਹਨੇਰੇ ਵਿੱਚ ਭਟਕ ਰਹੇ ਹਨ। ਜਿੰਨਾ ਚਿਰ ਗੁਰੂ ਦਾ ਬਖਸ਼ਿਆ ਗਿਆਨ ਪ੍ਰਾਪਤ ਨਹੀਂ ਹੁੰਦਾ, ਜਿੰਨਾ ਚਿਰ ਉਹਦੇ ਮੁਤਾਬਕ ਚੱਲ ਕੇ ਨਹੀਂ ਦੇਖਦੇ। ਵਰਤਣਾ ਚਾਹੀਦਾ ਨਾ। ਕਈ ਵਾਰੀ ਕੋਈ ਚੀਜ਼ ਲੈਂਦੇ ਆ ਬਾਜ਼ਾਰ 'ਚੋਂ, ਅਸੀਂ ਪੁੱਛਦੇ ਹਾਂ ਵਧੀਆ ਰਹੂਗੀ, ਕਿਵੇਂ ਰਹੂਗੀ, ਗਰੰਟੀ। ਉਹ ਕਹਿੰਦੇ ਵਰਤ ਕੇ ਦੇਖ, ਤੈਨੂੰ ਫਿਰ ਪਤਾ ਲੱਗੂਗਾ। ਵਾਕਿਆ ਹੀ ਵਰਤ ਕੇ ਪਤਾ ਲੱਗਦਾ ਹੈ ਵੀ ਸ਼ਬਦ ਦੀ ਕੀ ਪਾਵਰ ਹੈ। ਜਿਨ੍ਹਾਂ ਨੇ ਸ਼ਬਦ ਨੂੰ ਸਮਝਣਾ ਕੀਤਾ, ਉਹਨਾਂ ਨੂੰ ਸ਼ਬਦ ਨੇ ਆਪਣੇ ਵਿੱਚ ਮਿਲਾ ਲਿਆ, ਪਰਮੇਸ਼ਰ ਵਿੱਚ ਮਿਲਾ ਦਿੱਤਾ। ਕਿਸੇ ਚਿੱਠੀ ਤੇ ਲਿਖਿਆ ਸਹੀ ਐਡਰੈਸ ਉਸ ਨੂੰ ਇੱਕ ਟਿਕਾਣੇ ਤੋਂ ਦੂਜੇ ਟਿਕਾਣੇ ਤੱਕ ਲੈ ਜਾਂਦਾ। ਅੱਜ ਕੱਲ੍ਹ ਫੋਨ ਤੇ ਗੱਲਾਂ ਹੁੰਦੀਆਂ, ਫੋਨ ਤੇ ਇੱਕ ਵੀ ਅੰਕ ਵੱਧ ਘੱਟ ਲੱਗ ਜਾਵੇ, ਗਲਤ ਲੱਗ ਜਾਵੇ ਤੇ ਸਾਡੀ ਸਹੀ ਥਾਂ ਤੇ ਗੱਲ ਨਹੀਂ ਹੁੰਦੀ। ਸਹੀ ਲੱਗਿਆ ਨੰਬਰ ਸਹੀ ਥਾਂ ਤੇ ਗੱਲ ਕਰਵਾ ਦਿੰਦਾ। ਕੋ ਸਤਨਾਮ ਸ੍ਰੀ। ਇਸੇ ਤਰ੍ਹਾਂ ਹੀ ਜਦੋਂ ਮਨੁੱਖ ਨੂੰ ਸ਼ਬਦ ਦਾ ਗਿਆਨ ਹੋ ਗਿਆ, ਸ਼ਬਦ ਦੀ ਸੋਝੀ ਆ ਗਈ ਤੇ ਇਹ ਸ਼ਬਦ ਇਹਨੂੰ ਇਹਦੇ ਅਸਲੀ ਟਿਕਾਣੇ ਤੇ ਲੈ ਜਾਊਗਾ ਜਿੱਥੋਂ ਆਇਆ। ਪਰ ਸ਼ਰਤ ਹੈ ਗੁਰੂ ਦਾ ਗਿਆਨ ਲੈ ਕੇ ਇਹ ਸ਼ਬਦ ਨਾਲ ਜੁੜਨ ਦੀ। ਭੁੱਲਿਆਂ ਸਹਿਜ ਮਿਲਾਏ ਸੀ, ਭੁੱਲਿਆਂ ਭਟਕਿਆਂ ਨੂੰ ਇਹ ਸ਼ਬਦ ਸਹਿਜੇ ਹੀ ਆਪਣੇ ਵਿੱਚ ਮਿਲਾ ਸਕਦਾ ਹੈ। ਸ਼ਬਦ ਮਿਲਾਵਾ ਹੋਏ ਬਿਨ ਸਹਿਜੇ ਸਭ ਅੰਧ ਹੈ, ਮਾਇਆ ਮੋਹ ਗੁਬਾਰ। ਮਾਇਆ ਦੀ ਅਗਿਆਨਤਾ ਦੇ ਹਨੇਰੇ ਕਰਕੇ ਸਭ ਅੰਨਾ ਹੈ। ਭਾਵ ਜਿਵੇਂ ਅੰਨੇ ਨੂੰ ਦਿਸਦਾ ਨਹੀਂ ਜਾਂ ਰਾਤ ਦੇ ਹਨੇਰੇ ਵਿੱਚ ਦਿਸਦਾ ਨਹੀਂ, ਦੇਖਣ ਵਾਲਿਆਂ ਨੂੰ ਵੀ ਹਨੇਰੇ ਵਿੱਚ ਦਿਸਦਾ ਨਹੀਂ, ਅੱਖਾਂ ਤਾਂ ਹੈਗੀਆਂ ਪਰ ਹਨੇਰੇ ਵਿੱਚ ਕੰਮ ਨਹੀਂ ਕਰਦਾ। ਇਸੇ ਤਰ੍ਹਾਂ ਸਾਡੀ ਬੁੱਧੀ ਵੀ ਗੁਰੂ ਦੇ ਗਿਆਨ ਤੋਂ ਬਗੈਰ ਕੰਮ ਨਹੀਂ ਕਰਦੀ। ਇਸ ਬਾਣੀ ਨੂੰ ਸਮਝਣਾ ਵੀ ਮੁਸ਼ਕਲ ਹੈ ਜੇ ਗੁਰੂ ਦਾ ਗਿਆਨ ਪ੍ਰਾਪਤ ਨਾ ਹੋਵੇ। ਬਾਹੋ ਬਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨ ਕੋਏ। ਹੁਣ ਏਡੀ ਵੱਡੀ ਗੱਲ ਸਤਿਗੁਰ ਨੇ ਲਿਖ ਦਿੱਤੀ ਕਿ ਬਾਣੀ ਨਿਰੰਕਾਰ ਹੈ, ਪਰ ਸਾਨੂੰ ਬਾਣੀ ਨਿਰੰਕਾਰ ਦਿਖਾਈ ਨਹੀਂ ਦਿੰਦੀ। ਔਰ ਅੱਜ ਵੀ ਕਿਤਨੇ ਲੋਕਾਂ ਨੇ ਪਿਛਲੇ ਦਿਨਾਂ ਦੇ ਵਿੱਚ, ਪਿਛਲੇ ਸਮਿਆਂ ਦੇ ਵਿੱਚ ਗੁਰਬਾਣੀ ਦੀ ਬੇਅਦਬੀ ਕੀਤੀ। ਮਤਲਬ ਉਹਨਾਂ ਨੂੰ ਗੁਰਬਾਣੀ ਕੇਵਲ ਇਹ ਗ੍ਰੰਥ ਦਿਸਦਾ ਹੈ, ਇਹਦੇ ਵਿੱਚੋਂ ਨਿਰੰਕਾਰ ਦਿਖਾਈ ਨਹੀਂ ਦਿੰਦਾ। ਕਹੋ ਸਤਨਾਮ ਸ੍ਰੀ। ਨਹੀਂ ਤਾਂ ਨਿਰੰਕਾਰ ਨੂੰ ਸਾਰੀ ਦੁਨੀਆ ਲੱਭਦੀ ਫਿਰਦੀ ਹੈ। ਤੇ ਸਤਿਗੁਰ ਕਹਿੰਦੇ ਬਾਣੀ ਨਿਰੰਕਾਰ ਹੈ, ਤੇ ਫਿਰ ਕਿਉਂ ਨਹੀਂ ਨਿਰੰਕਾਰ ਦਿਖਾਈ ਦਿੰਦਾ? ਕਿਉਂਕਿ ਅਗਿਆਨਤਾ ਦਾ ਪਰਦਾ ਅੱਖਾਂ ਤੇ, ਬੁੱਧੀ ਤੇ, ਦਿਮਾਗ ਤੇ ਪਿਆ ਹੋਇਆ ਹੈ। ਬਾਹੋ ਬਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨ ਕੋਏ। ਇਹ ਬਾਣੀ ਮਹਾਂਪੁਰਖ ਕੀ,
ਇਹ ਬਾਣੀ ਜਿਹੜੀ ਹੈ ਅਕਾਲ ਪੁਰਖ ਦੀ ਹੈ। ਨਿਜ ਕਰ ਵਾਸਾ ਹੋਏ, ਇਹ ਬਾਣੀ ਅਕਾਲ ਪੁਰਖ ਵਿੱਚ ਮਿਲਾਉਣ ਦੇ ਯੋਗ ਹੈ, ਤੈਨੂੰ ਉਹਦੇ ਵਿੱਚ ਮਿਲਾ ਸਕਦੀ ਹੈ। ਪਰ ਬਾਣੀ ਬਿਰਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਦੀ ਸਮਝ ਕਿਸੇ ਕਿਸੇ ਨੂੰ ਆਊਗੀ ਜਿਹੜਾ ਗੁਰੂ ਵਾਲਾ ਬਣ ਕੇ ਸਮਝੂਗਾ। ਕਹੋ ਸਤਨਾਮ ਸਿੰਘ, ਨਹੀਂ ਤਾਂ ਸਮਝ ਨਹੀਂ ਆਊਗੀ। ਪ੍ਰੀਤਮ ਜੀ ਕਹਿੰਦੇ ਸਹਿਜੇ ਹੀ ਸੋਝੀ ਪਈ ਸੱਚੇ ਸ਼ਬਦ ਅਪਾਰ। ਜਦੋਂ ਗੁਰੂ ਦੇ ਕੋਲੋਂ ਇਹ ਸ਼ਬਦ ਪ੍ਰਾਪਤ ਹੋ ਗਏ ਆ, ਮੰਨ ਲਓ ਸਾਨੂੰ ਵਾਹਿਗੁਰੂ ਮੰਤਰ ਪ੍ਰਾਪਤ ਹੋ ਗਿਆ, ਜਦੋਂ ਅਸੀਂ ਵਾਹਿਗੁਰੂ ਮੰਤਰ ਦੇ ਨਾਲ ਜੁੜਾਂਗੇ ਜਾਂ ਉਹਦੀ ਅਰਾਧਨਾ ਕਰਾਂਗੇ ਜਾਂ ਉਹਨੂੰ ਸਮਝਣਾ ਕਰਾਂਗੇ ਵੀ ਇਹ 4 ਅੱਖਰ ਜਿਹੜੇ ਹਨ ਇਹਨਾਂ ਦਾ ਅਰਥ ਕੀ ਆ, ਇਸ ਤਰ੍ਹਾਂ ਵੀ ਸਮਝਣਾ ਕਰੀਏ ਔਰ ਉਸ ਨੂੰ ਪਿਆਰ ਵੀ ਕਰੀਏ, ਤਾਂ ਉਹਨਾਂ 4 ਅੱਖਰਾਂ ਦੇ ਵਿੱਚੋਂ ਸਾਨੂੰ ਪੂਰੀ ਸੰਪੂਰਨ ਗੁਰਬਾਣੀ ਦਾ ਗਿਆਨ ਹੋ ਸਕਦਾ। ਮੁੱਢ ਹੈ ਜੇ ਉਹਨਾਂ 4 ਅੱਖਰਾਂ ਨੂੰ ਸਮਝ ਲਈਏ, ਵਾਹਿਗੁਰੂ ਮੰਤਰ ਨੂੰ ਸਮਝ ਲਈਏ, ਤਾਂ ਸਾਨੂੰ ਪੂਰੀ ਗੁਰਬਾਣੀ ਦਾ ਗਿਆਨ ਹੋ ਸਕਦਾ। ਤੇ ਪਾਤਸ਼ਾਹ ਜੀ ਕਹਿੰਦੇ ਸਹਿਜੇ ਹੀ ਸੋਝੀ ਪਈ ਸੱਚੇ ਸ਼ਬਦ ਅਪਾਰ। ਆਪੇ ਬਖਸ਼ ਮਿਲਾਇਨ ਪੂਰੇ ਗੁਰ ਕਰਤਾਰ। ਜਿਨ੍ਹਾਂ ਨੇ ਗੁਰੂ ਕੋਲੋਂ ਸ਼ਬਦ ਲੈ ਲਿਆ, ਜਿਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਜਿਸ ਵੇਲੇ ਮੈਨੂੰ ਅਕਾਲ ਪੁਰਖ ਨੇ ਹੁਕਮ ਲਾਇਆ ਕਿ ਦੁਸ਼ਟ ਦਮਨ ਹੁਣ ਤੈਨੂੰ ਦੁਨੀਆ ਵਿੱਚ ਜਾਣਾ ਪੈਣਾ, ਜਦੋਂ ਹੇਮਕੁੰਟ ਤੋਂ ਸੱਦਿਆ 10ਵੇਂ ਪਾਤਸ਼ਾਹ ਜੀ ਨੂੰ, ਕਹਿੰਦੇ ਦੁਸ਼ਟ ਦਮਨ ਹੁਣ ਤੈਨੂੰ ਮਾਤ ਲੋਕ ਵਿੱਚ ਜਾਣਾ ਪੈਣਾ, ਧਰਮ ਦੀ ਬੜੀ ਬੇਅਦਬੀ ਹੋ ਰਹੀ ਆ, ਉਹਨੂੰ ਕਾਇਮ ਕਰਕੇ ਆ। ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜਿਸ ਵੇਲੇ ਮੈਨੂੰ ਇਹ ਹੁਕਮ ਹੋਇਆ ਤੇ ਮੈਂ ਹੱਥ ਬੰਨ੍ਹ ਕੇ ਖੜਾ ਹੋ ਕੇ ਬੇਨਤੀ ਕੀਤੀ ਕਿ ਠਾੜ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ। ਮੈਂ ਹੱਥ ਬੰਨ੍ਹ ਕੇ ਖੜ ਗਿਆ ਤੇ ਸੀਸ ਨਵਾ ਕੇ ਬੇਨਤੀ ਕੀਤੀ, ਪੰਥ ਚੱਲੇ ਤਬ ਜੁਗਤ ਮੈਂ, ਪੰਥ ਚੱਲੇ ਤਬ ਜਗਤ ਮੈਂ, ਜਬ ਤੁਮ ਕਰੋ ਸਹਾਏ। ਵੀ ਤੁਹਾਡੀ ਕਿਰਪਾ ਬਿਨਾਂ ਗੱਲ ਨਹੀਂ ਬਣਨੀ, ਤੁਹਾਨੂੰ ਮਦਦ ਕਰਨੀ ਪੈਣੀ ਆ। ਤੇ ਅੱਗੋਂ ਅਕਾਲ ਪੁਰਖ ਦਾ ਜਵਾਬ ਕੀ ਸੀਗਾ, ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪਰਚੁਰ ਕਰਬੇ ਕੋ ਸਾਜਾ। ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਭੇਜਿਆ, ਧਰਮ ਦਾ ਜਿਹੜਾ ਹੈ ਪਸਾਰਾ ਕਰਨ ਵਾਸਤੇ ਭੇਜ ਰਿਹਾ, ਔਰ ਜਿਹੜੇ ਤੈਨੂੰ ਮੰਨਣਗੇ ਉਹਨਾਂ ਨੂੰ ਮੈਂ ਸੰਭਾਲੂੰਗਾ। ਮੈਂ ਤੈਨੂੰ ਇਹ ਵਾਅਦਾ ਕਰਦਾ ਕਿ ਤੂੰ ਮੇਰਾ ਪੁੱਤਰ ਹੈ, ਤੇਰਾ ਮੈਂ ਧਿਆਨ ਪੁੱਤਰਾਂ ਦੀ ਤਰ੍ਹਾਂ ਰੱਖਾਂਗਾ। ਜਿਹੜੇ ਤੇਰੇ ਨਾਲ ਜੁੜਨਗੇ ਉਹਨਾਂ ਦਾ ਵੀ ਧਿਆਨ ਰੱਖਾਂਗਾ। ਤੇ ਇਸੇ ਕਰਕੇ ਬੜੇ ਜ਼ੋਰ ਨਾਲ 10ਵੇਂ ਪਾਤਸ਼ਾਹ ਕਹਿੰਦੇ ਆ ਚੌਪਈ ਸਾਹਿਬ ਦੇ ਵਿੱਚ, ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਭੈ ਤੁਮ ਘਾਵੋ, ਆਪ ਹਾਥ ਦਾ ਮੋਹੇ ਬਚਾਵੋ। ਤੇ ਹੋਰ ਕੀ ਕਹਿੰਦੇ ਆ, ਸੁਖੀ ਵਸੇ ਮੋਰੋ ਪਰਿਵਾਰਾ। ਆਪਾਂ ਸਾਰੇ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਹਾਂ, ਕੇਵਲ 4 ਸਾਹਿਬਜ਼ਾਦੇ ਨਹੀਂ, ਖਾਲਸਾ ਪੰਥ ਸਾਰਾ ਸੰਸਾਰ ਜਿਹੜਾ ਹੈ ਉਸ ਅਕਾਲ ਪੁਰਖ ਦਾ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਬੱਚਾ ਹੈ। ਕਹੋ ਸਤਨਾਮ ਸਿੰਘ। ਕਿਉਂਕਿ ਅਕਾਲ ਪੁਰਖ ਦੇ ਪੁੱਤਰ ਗੁਰੂ ਗੋਬਿੰਦ ਸਿੰਘ ਹੈ ਤੇ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਆਪਣੇ ਪੁੱਤਰ ਬਣਾਇਆ। ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਤੇ ਪਰਮੇਸ਼ਰ ਕੀ ਕਹਿੰਦੇ ਨੇ, ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਮੈਂ ਤੈਨੂੰ ਆਪਣਾ ਪੁੱਤਰ ਬਣਾਇਆ। ਪੰਥ ਪਰਚੁਰ ਕਰਬੇ ਕੋ ਸਾਜਾ, ਜਾਏ ਜਹਾਂ ਤੇ ਧਰਮ ਵਿਥਾਰੋ, ਦੁਸ਼ਟ ਦੋਖੀਨ ਪਕੜ ਪਛਾਰੋ। ਫਿਰ ਸਾਨੂੰ ਆ ਕੇ ਦੱਸਦੇ ਆ 10ਵੇਂ ਪਾਤਸ਼ਾਹ ਦੁਨੀਆ 'ਚ ਉਹ ਦੁਸ਼ਟ ਦਮਨ ਰੂਹ 10ਵਾਂ ਰੂਪ ਧਾਰਦੀ ਆ ਗੁਰੂ ਗੋਬਿੰਦ ਸਿੰਘ ਦਾ। ਫਿਰ ਕੀ ਕਹਿੰਦੇ ਸਾਨੂੰ, ਸਮਝ ਲਿਓ ਸਾਧੂ ਸਭ ਮਨਮੰਗ, ਉਹ ਰੱਬ ਦੇ ਪਿਆਰਿਓ ਸੁਣ ਲਓ। ਸਾਧੂ ਮਤਲਬ ਰੱਬ ਦੇ ਪਿਆਰੇ, ਉਹ ਰੱਬ ਦੇ ਪਿਆਰਿਓ ਸੁਣ ਲਓ। ਸਮਝ ਲਿਓ ਸਾਧੂ ਸਭ ਮਨਮੰਗ, ਯਾਹੀ ਕਾਜ ਧਰਾ ਹਮ ਜਨਮੰ। ਧਰਮ ਚਲਾਵਣ ਸੰਤੀ ਉਭਾਰਨ, ਧਰਮ ਨੂੰ ਕਾਇਮ ਕਰਨ ਵਾਸਤੇ, ਸੰਤਾਂ ਨੂੰ ਉੱਚੇ ਚੁੱਕਣ ਵਾਸਤੇ, ਦੁਸ਼ਟ ਸਭਨ ਕੋ ਮੂਲ ਉਪਾੜਨ, ਜ਼ੁਲਮ ਦੀਆਂ ਦੁਸ਼ਟਾਂ ਦੀਆਂ ਜੜ੍ਹਾਂ ਪੱਟਣ ਵਾਸਤੇ ਮੈਂ ਆਇਆ। ਕੋਈ ਸਤਨਾਮ ਸ੍ਰੀ, ਇਹ ਮੇਰਾ ਕੰਮ ਹੈ। ਤੋ ਇਸ ਕਰਕੇ ਮੈਂ ਆਪ ਜੀ ਨੂੰ ਵਧਾਈ ਵੀ ਦੇਵਾਂ ਕਿ ਆਹ ਦਿਨ 10ਵੇਂ ਪਾਤਸ਼ਾਹ ਜੀ ਦੇ
ਜਿਹੜਾ ਗੁਰੂ ਕੇ ਲਾਹੌਰ ਵਿਆਹ ਹੋਇਆ ਸੀ ਤੀਸਰਾ ਗੁਰੂ ਗੋਬਿੰਦ ਸਿੰਘ ਜੀ ਦਾ, ਉਹ ਦਿਨ ਚੱਲ ਰਹੇ ਹਨ। ਕੱਲ੍ਹ ਉਹ ਦਿਨ ਸੀਗਾ ਬਸੰਤ ਵਾਲੇ ਦਿਨ। ਧੰਨ ਗੁਰੂ ਗੋਬਿੰਦ ਸਿੰਘ ਜੀ ਮਾਤਾ ਸਾਹਿਬ ਕੌਰ ਜੀ ਨੂੰ ਵਿਆਹ ਕੇ ਲਿਆਏ ਸੀ ਗੁਰੂ ਕੇ ਲਾਹੌਰ ਤੋਂ। ਅਨੰਦਪੁਰ ਸਾਹਿਬ ਤੋਂ ਚੱਲੇ, ਗੁਰਦੁਆਰਾ ਭੋਰਾ ਸਾਹਿਬ ਤੋਂ ਬਰਾਤ ਚੱਲਦੀ ਹੈ ਅੱਜ ਵੀ। ਕੱਲ੍ਹ ਉਹ ਸਮਾਗਮ ਮਨਾਇਆ ਗਿਆ ਔਰ ਗੁਰੂ ਕੇ ਲਾਹੌਰ ਪਹੁੰਚ ਕੇ ਮਾਤਾ ਸਾਹਿਬ ਕੌਰ ਜੀ ਨਾਲ ਸ਼ਾਦੀ ਕਰਕੇ ਵਾਪਸ ਆਏ ਸੀ। ਖੈਰ, ਪ੍ਰੀਤਮ ਜੀ ਕਹਿੰਦੇ ਆਓ ਉਹ ਸਹਿਜ ਅਵਸਥਾ ਨੂੰ ਪ੍ਰਾਪਤ ਕਰੀਏ। ਸਹਿਜੇ ਹੀ ਸੋਝੀ ਪਈ ਸੱਚੇ ਸ਼ਬਦ ਅਪਾਰ, ਆਪੇ ਬਖਸ਼ ਮਿਲਾਇਨ ਪੂਰੇ ਗੁਰ ਕਰਤਾਰ। ਕਰਤਾਰ ਕਿਰਪਾ ਕਰਦਾ, ਥੱਲੇ ਗੁਰੂ ਬਣ ਕੇ ਆਇਆ। ਉੱਥੇ ਕਰਤਾਰ ਹੈ, ਇੱਥੇ ਗੁਰੂ ਹੈ, ਇੱਕੋ ਹੀ ਰੂਪ ਹੈ। ਵਾਹੋ ਬਾਹੋ ਬਾਣੀ ਨਿਰੰਕਾਰ ਹੈ, ਇੱਥੇ ਬਾਣੀ ਹੈ, ਉੱਥੇ ਇਹਦਾ ਪ੍ਰਕਾਸ਼ ਹੈ। ਕਹੋ ਸਤਿਨਾਮ ਸ੍ਰੀ। ਪ੍ਰੀਤਮ ਜੀ ਕਹਿੰਦੇ ਸਹਿਜੇ ਅਦਿਸ਼ਟ ਪਛਾਣੀਐ ਨਿਰਭਉ ਜੋਤ ਨਿਰੰਕਾਰ। ਅਦਿਸ਼ਟ ਜੋ ਦਿਸਦਾ ਨਹੀਂ, ਜੋ ਦਿਸਦਾ ਨਹੀਂ ਉਹਨੂੰ ਸਹਿਜੇ ਹੌਲੀ ਹੌਲੀ। ਸਹਿਜੇ ਦਾ ਇੱਕ ਅਰਥ ਹੈ ਹੌਲੀ ਹੌਲੀ, ਦੂਸਰਾ ਅਰਥ ਹੈ ਪਛਾਣਿਆ ਜਾ ਸਕਦਾ ਹੈ ਗੁਰੂ ਦੇ ਬਖਸ਼ੇ ਗਿਆਨ ਦੇ ਨਾਲ। ਸਹਿਜੇ ਅਦਿਸ਼ਟ ਪਛਾਣੀਐ, ਤੇ ਗੁਰੂ ਪਿਆਰਿਓ ਬਹੁਤ ਸਾਰੇ ਬ੍ਰਹਮ ਗਿਆਨੀਆਂ ਨੇ ਇਹ ਜੁਗਤੀ ਨੂੰ ਸਮਝਣਾ ਕੀਤਾ। ਉਸ ਅਦ੍ਰਿਸ਼ਟ ਨੂੰ ਦੇਖਣਾ, ਜਿਹੜਾ ਦਿਸਦਾ ਨਹੀਂ ਉਹਨੂੰ ਦੇਖਣਾ। ਤੇ ਇਹ ਦੇਖਣ ਵਾਲਾ ਕੰਮ ਕੋਈ ਬਿਰਲਾ ਹੀ ਕਰਦਾ ਹੈ ਤੇ ਬਿਰਲਾ ਹੀ ਜਾਣਦਾ ਹੈ। ਕਹੋ ਸਤਿਨਾਮ ਸ੍ਰੀ। ਸਹਿਜੇ ਅਦਿਸ਼ਟ ਪਛਾਣੀਏ, ਪਛਾਣਨ ਦਾ ਕੰਮ ਅੱਖ ਨੇ ਕਰਨਾ। ਤੇ ਕੀ ਪਛਾਣਨਾ, ਇਹ ਹੁਣ ਗੁਰੂ ਨੂੰ ਪੁੱਛ ਲਓ। ਕਹੋ ਸਤਿਨਾਮ ਸ੍ਰੀ। ਗੁਰੂ ਦੇ ਬਖਸ਼ੇ ਗਿਆਨ ਦੇ ਰਾਹੀਂ ਉਸ ਬ੍ਰਹਮ ਨੂੰ ਪਛਾਣਨਾ ਕਰੀਏ। ਤੇ ਜਿਨ੍ਹਾਂ ਨੇ ਉਹਦੇ ਬਾਰੇ ਪਛਾਣਨਾ ਕੀਤਾ ਉਸ ਨੂੰ, ਤੇ ਉਹਨਾਂ ਨੂੰ ਭਾਈ ਕਨ੍ਹਈਆ ਜੀ ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ। ਉਹਨਾਂ ਨੂੰ ਹਰ ਥਾਂ ਤੇ ਦਿਖਾਈ ਦੇਣਾ ਸ਼ੁਰੂ ਹੋ ਜਾਂਦਾ, ਕਿਉਂਕਿ ਜਿੰਨਾ ਚਿਰ ਅੱਖਾਂ ਤੇ ਝੋਲੇ ਪੈਂਦੇ ਹੈ, ਦੂਰੋਂ ਆਉਂਦਾ ਆਪਦਾ ਬੰਦਾ ਵੀ ਨਹੀਂ ਪਛਾਣਿਆ ਜਾਂਦਾਗਾ। ਤੇ ਜਦੋਂ ਅੱਖਾਂ ਤੋਂ ਗੁਰੂ ਪੜਦਾ ਲਾਹ ਦਿੰਦਾ, ਡਾਕਟਰ ਪੜਦਾ ਲਾਹ ਦਿੰਦਾ, ਝੋਲੇ ਜੇ ਕੱਢਦਾ, ਨਿਗਾਹ ਬਣਾ ਦਿੰਦਾ, ਫਿਰ ਦੂਰੋਂ ਆਉਂਦੇ ਦੀ ਪਛਾਣ ਆਉਣ ਲੱਗ ਜਾਂਦੀ ਆ। ਇਸੇ ਤਰ੍ਹਾਂ ਹੀ ਇਹ ਗੱਲ ਹੈ, ਜਿਹੜਾ ਬ੍ਰਹਮ ਸਾਡੇ ਸਭ ਦੇ ਅੰਦਰ ਹੈ, ਆਓ ਉਹਦੇ ਨਾਲ ਜਾਣ ਪਛਾਣ ਕਰੀਏ, ਉਹਨੂੰ ਪਛਾਣਨਾ ਕਰੀਏ। ਆਪੇ ਬਖਸ਼ ਮਿਲਾਇਨ ਪੂਰੇ ਗੁਰ ਕਰਤਾਰ। ਸਹਿਜੇ ਅਦਿਸ਼ਟ ਪਛਾਣੀਐ ਨਿਰਭਉ ਜੋਤ ਨਿਰੰਕਾਰ। ਉਹ ਜਿਹੜਾ ਨਿਰਭਉ ਹੈ, ਨਿਰਆਕਾਰ ਹੈ, ਜਿਹੜਾ ਜੋਤੀ ਸਰੂਪ ਹੈ, ਆਓ ਉਹਨੂੰ ਪਛਾਣਨਾ ਕਰੀਏ। ਜਿਹੜਾ ਦਿਸਦਾ ਨਹੀਂ, ਅਦ੍ਰਿਸ਼ਟ ਹੈ। ਕੌਣ ਹੈ ਉਹ? ਸਭਨਾ ਜੀਆਂ ਕਾ ਇੱਕ ਦਾਤਾ, ਜਿਹੜਾ ਸਾਨੂੰ ਸਭ ਨੂੰ ਪਾਲਣ ਵਾਲਾ ਹੈ, ਦਾਤਾਂ ਦੇਣ ਵਾਲਾ ਹੈ। ਜੋਤੀ ਜੋਤ ਮਿਲਾਵਨਹਾਰ, ਉਹ ਜੋਤੀ ਜੋਤ ਮਿਲਾਵਨਹਾਰ ਪ੍ਰਤੱਖ ਜੀਵਾਂ ਨੂੰ, ਜੋਤ ਨੂੰ ਆਪਣੇ ਸਰੂਪ ਵਿੱਚ ਮਿਲਾਉਣ ਵਾਲਾ ਹੈ। ਨਿਜ ਸਰੂਪ ਨਾਲ ਜੁੜਨਾ ਇਹ ਬਹੁਤ ਡੂੰਘੀ ਗੱਲ ਹੈ। ਗੁਰੂ ਕਿਰਪਾ ਕਰੇ ਸਮਝ ਆ ਜਾਵੇ ਆਪਾਂ ਨੂੰ। ਉਹ ਪਰਿਪੂਰਨ ਪਰਮੇਸ਼ਰ ਸਾਰਿਆਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਅਦੁੱਤੀ ਸਰੂਪ ਪਰਮੇਸ਼ਰ ਜੋ ਹੈ, ਉਹ ਜੋਤੀ ਅਦਵੈਤ ਸਰੂਪ ਪਰਮੇਸ਼ਰ ਜੀਵਾਂ ਦੀ ਜੋਤ ਨੂੰ ਆਪਣੇ ਸਰੂਪ ਵਿੱਚ ਮਿਲਾਉਣ ਵਾਲਾ ਹੈ। ਸਾਡੇ ਵਿੱਚੋਂ ਜੋਤ ਹੀ ਨਿਕਲ ਜਾਂਦੀ ਹੈ ਨਾ। ਮੁਰਦਾ ਤਾਂ ਪਿਆ ਹੁੰਦਾ ਹੈ, ਅੱਖਾਂ ਵੀ ਖੁੱਲੀਆਂ ਹੁੰਦੀਆਂ, ਪਰ ਹੁਣ ਉਸ ਨੂੰ ਦਿਸਦਾ ਨਹੀਂ, ਕਿਉਂਕਿ ਦਿਸਣ ਵਾਲਾ ਵਿੱਚੋਂ ਨਿਕਲ ਗਿਆ, ਦੇਖਣ ਵਾਲਾ ਚਲਿਆ ਗਿਆ। ਕੰਨ ਪਏ ਹੁੰਦੇ ਨੇ, ਪਰ ਉਹਨੂੰ ਸਾਡੀਆਂ ਰੋਣ ਧੋਣ ਦੀਆਂ ਆਵਾਜ਼ਾਂ ਸੁਣਦੀਆਂ ਨਹੀਂ, ਕਿਉਂਕਿ ਜੋ ਸੁਣਦਾ ਸੀ ਉਹ ਜਾ ਚੁੱਕੇ ਆ ਨਿਕਲ ਕੇ ਵਿੱਚੋਂ। ਕੋ ਸਤਨਾਮ ਸ੍ਰੀ। ਬਾਡੀ ਪਈ ਹੈ, ਸਰੀਰ ਪਿਆ ਹੈ, ਪਰ ਉਹ ਸਰੀਰ ਹੁਣ ਸਾਡੇ ਨਾਲ ਗੱਲਬਾਤ ਨਹੀਂ ਕਰਦਾ, ਕਿਉਂਕਿ ਜਿਹੜਾ ਬੋਲਦਾ ਸੀ ਉਹ ਜਾ ਚੁੱਕੇ ਹੈ। ਕਿੱਧਰ ਨੂੰ ਗਿਆ ਇਹ ਤਾਂ ਉਹੀ ਜਾਣੇ। ਕਿਆ ਜਾਣਾ ਕਿ ਮਰਾਂਗੇ, ਕੈਸਾ ਮਰਨਾ ਹੋਏ। ਜਦੋਂ ਮਰਦਾ ਜੀਵ ਕੋਈ ਸਰੀਰ ਨੂੰ ਛੱਡਦਾ ਹੈ, ਕਿਵੇਂ ਮਰਦਾ, ਕਿਹੜੇ ਸਮੇਂ ਮਰਦਾ ਹੈ,
ਕਿਹੜੀ ਅਵਸਥਾ ਵਿੱਚ ਮਰਦਾ ਹੈ, ਮਰਨ ਵੇਲੇ ਕੀ ਖਿਆਲ ਕਰਦਾ ਹੈ, ਇਹ ਤਾਂ ਹੁਣ ਉਸੇ ਨੂੰ ਹੀ ਪਤਾ ਹੈ। ਜਾਂ ਉਹ ਜਾਣੇ ਤੇ ਜਾਂ ਉਹ ਜਾਣੇ, ਕੋ ਸਤਨਾਮ ਸ੍ਰੀ। ਪਰ ਜੇ ਕੋਈ ਗੁਰੂ ਦੇ ਗਿਆਨ ਨਾਲ ਜੁੜ ਕੇ ਮਰਦਾ ਹੈ ਤੇ ਉਹ ਪਰਮੇਸ਼ਰ ਵਿੱਚ ਮਿਲ ਜਾਂਦਾ ਹੈ। ਪ੍ਰੀਤਮ ਜੀ ਕਹਿੰਦੇ, ਸਭਨਾ ਜੀਆਂ ਕਾ ਇੱਕ ਦਾਤਾ, ਜੋਤੀ ਜੋਤ ਮਿਲਾਵਨ ਹਾਰ। ਜਿਹੜਾ ਪਰਮੇਸ਼ਰ ਨੂੰ ਯਾਦ ਕਰਦਾ ਹੋਇਆ ਨਿਜ ਸਰੂਪ ਨਾਲ ਜੁੜ ਕੇ ਸਰੀਰ ਛੱਡਦਾ, ਇਹ ਅਵਸਥਾਵਾਂ ਅਸੀਂ ਇਤਿਹਾਸ ਵਿੱਚੋਂ ਪੜ੍ਹ ਸਕਦੇ ਹਾਂ। ਗੁਰੂਆਂ ਨੇ ਤਾਂ ਜੋਤੀ ਜੋਤ ਸਮਾਉਣ ਵੇਲੇ ਇਹ ਧਿਆਨ ਲਾਇਆ ਹੀ ਲਾਇਆ। ਕਈ ਗੁਰਮੁਖਾਂ ਨੇ ਵੀ ਇੱਥੇ ਧਿਆਨ ਲਾ ਕੇ ਸਰੀਰ ਛੱਡਿਆ। ਪਹਿਲਾਂ ਪਤਾ ਲੱਗ ਗਿਆ ਉਹਨਾਂ ਨੂੰ ਕਿ ਸਾਡਾ ਹੁਣ ਸਮਾਂ ਨੇੜੇ ਹੈ, ਤਾਂ ਉਹਨਾਂ ਨੇ ਸਾਰੇ ਪਾਸਿਓਂ ਸੁਰਤ ਨੂੰ ਖਿੱਚ ਕੇ ਇੱਕ ਨਿਸ਼ਾਨੇ ਤੇ ਇਕੱਠਾ ਕਰ ਲਿਆ, ਇੱਕ ਦਾ ਧਿਆਨ ਧਰ ਲਿਆ। ਤੇ ਉੱਥੇ ਧਿਆਨ ਧਰਦਿਆਂ ਹੀ ਉਹਨਾਂ ਨੇ ਸਰੀਰ ਨੂੰ ਤਿਆਗਣਾ ਕੀਤਾ। ਜਿਸ ਤਰ੍ਹਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਯਾਤਰਾ ਕਰ ਰਹੇ ਹੈ, ਤੇ ਚਲਦੇ ਚਲਦੇ ਇੱਕ ਨਗਰ ਵਿੱਚ ਗਏ। ਮਰਦਾਨੇ ਨੂੰ ਕਹਿਣ ਲੱਗੇ, ਲੈ ਵੀ ਮਰਦਾਨਿਆ, ਹੁਣ ਜੋ ਖਾਣਾ ਖਾ ਲਾ, ਤੇਰਾ ਸਮਾਂ ਨੇੜੇ ਆ ਗਿਆ। ਕਿਤੇ ਮਰਨ ਵੇਲੇ ਨਾ ਕਹਿਦੀ ਆਹ ਖਾਣਾ ਸੀ, ਕਹੋ ਸਤਨਾਮ ਸ੍ਰੀ। ਆਪਦੀ ਭੁੱਖ ਕੱਢ ਲੈ, ਕਿਉਂਕਿ ਅੰਤ ਵੇਲੇ ਫਿਰ ਜਿਹੋ ਜਿਹਾ ਫੁਰਨਾ ਆਵੇਗਾ ਨਾ, ਉਹੇ ਜਿਹਾ ਹੀ ਅਗਲਾ ਜਨਮ ਬਣ ਜਾਣਾ। ਔਰ ਗੁਰੂ ਪਿਆਰਿਓ, ਕਹਿੰਦੇ ਭਾਈ ਮਰਦਾਨਾ ਜੀ ਨੂੰ ਬਾਜ਼ਾਰ 'ਚ ਲੈ ਗਏ। ਮਰਦਾਨਾ ਜੀ ਨੂੰ ਜੋ ਭੁੱਖ ਲੱਗੀ ਸੀ, ਭੋਜਨ ਜੋ ਛਕਣ ਦਾ ਇਰਾਦਾ ਸੀ, ਉਹ ਛਕਾ ਲਿਆ। ਤੇ ਛਕਣ ਤੋਂ ਬਾਅਦ ਸ਼ਹਿਰੋਂ ਬਾਹਰ ਆ ਗਏ। ਸ਼ਹਿਰੋਂ ਬਾਹਰ ਜੰਗਲਾਂ ਵਿੱਚ ਆ ਗਏ, ਬੈਠ ਗਏ, ਇੱਕ ਥਾਂ ਤੇ ਪੜਾਅ ਕਰ ਲਿਆ। ਕਹਿਣ ਲੱਗੇ, ਮਰਦਾਨਿਆ, ਆਹ ਤੇਰੇ ਸਰੀਰ ਛੱਡਣ ਦੀ ਜਗ੍ਹਾ ਹੈ, ਤੂੰ ਇੱਥੇ ਸਰੀਰ ਛੱਡਣਾ। ਅੱਛਾ ਮਹਾਰਾਜ। ਤੇ ਭਾਈ ਬਾਲਾ ਜੀ ਨੂੰ ਕਹਿੰਦੇ, ਬਾਲਿਆ ਦੇਖ ਤਾਂ ਇਹਦੇ ਕਿੰਨੇ ਕੁ ਸਵਾਸ ਬਾਕੀ ਆ। ਮਰਦਾਨੇ ਨੂੰ ਕਹਿੰਦੇ, ਆਪਣੇ ਸਵਾਸਾਂ ਦਾ ਧਿਆਨ ਧਰ ਲਾ। ਹੁਣ ਇਹ ਤਾਂ ਵੱਡੇ ਭਾਗਾਂ ਵਾਲਿਆਂ ਨੂੰ ਗਾਈਡ ਕਰਦਾ ਮੌਕੇ ਤੇ ਗੁਰੂ ਵੀ। ਹੁਣ ਤੂੰ ਮੁੜ ਜਾ ਘਰ ਵੱਲ, ਹੁਣ ਤੂੰ ਕਿਸੇ ਜਵਾਕ ਜੱਲੇ ਦਾ, ਧੀ ਪੁੱਤਰ ਦਾ ਧਿਆਨ ਨਾ ਧਰਨੀ ਕਿਤੇ। ਪਰ ਅਸੀਂ ਤਾਂ ਫਸਾਉਣੇ ਆ। ਬੁੜਾ ਮਰਨ ਕਿਨਾਰੇ ਪਿਆ ਹੁੰਦਾ, ਅਸੀਂ ਕਹਿੰਦੇ ਬਾਪੂ ਆ ਤੇਰੀ ਧੀ ਆ ਗਈ ਆ, ਤੇਰਾ ਮੁੰਡਾ ਆ ਗਿਆ। ਸਾਰੀ ਉਮਰ ਵਿੱਚ ਤਾਂ ਸਮਝ ਨਹੀਂ ਆਈ, ਉਦੋਂ ਸਮਝਾਉਣੇ ਆ। ਕਹੋ ਸਤਨਾਮ ਸ੍ਰੀ। ਕਿਤਨੀਆਂ ਉਦਾਹਰਨਾਂ ਹਨ। ਜਦੋਂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤਲਵਾਰ ਚੱਲੀ ਤੇ ਪਠਾਨ ਪੁੱਤਰ ਪੈਂਦੇ ਖਾਂ ਮਰਨ ਲੱਗਿਆ। ਪਹਿਲਾਂ ਪੈਂਦੇ ਖਾਂ ਨੇ ਵਾਰ ਕੀਤੇ, 2-3 ਪਾਤਸ਼ਾਹ ਨੇ ਬਚਾ ਲਏ ਆਪਣੇ ਆਪ ਨੂੰ ਉਹਦੇ ਵਾਰਾਂ ਤੋਂ। ਕਹਿੰਦੇ ਹੁਣ ਮੇਰਾ ਵਾਰ ਆਇਆ, ਝੱਲੀ। ਤਲਵਾਰ ਵੱਜੀ ਤੇ ਤੀਰ ਪੈ ਗਿਆ ਟੇਢਾ, ਗਾਤਰੇ ਵਾਂਗੂ, ਜਨੇਊ ਵਾਂਗੂ ਡਿੱਗ ਪਿਆ। ਡਿੱਗਿਆ ਹੋਇਆ ਕਹਿੰਦਾ, ਹਾਏ ਮਾਂ। ਔਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਥੱਲੇ ਉਤਰ ਕੇ ਆਪਣੀ ਢਾਲ ਦੀ ਛਾਂ ਉਹਦੇ ਮੂੰਹ ਤੇ ਕਰਕੇ ਕਹਿਣ ਲੱਗੇ, ਅੱਲਾ ਨੂੰ ਯਾਦ ਕਰ, ਕਲਮਾ ਪੜ੍ਹ, ਹੁਣ ਮਾਂ ਨੂੰ ਯਾਦ ਕਰਨ ਦਾ ਟਾਈਮ ਨਹੀਂ ਹੈਗਾ। ਕਹੋ ਸਤਨਾਮ ਸ੍ਰੀ। ਦੇਖਿਆ ਮੌਕਾ ਸੰਭਾਲਤਾ ਨਾ ਪਠਾਨ ਦਾ। ਕਿਉਂ ਸੰਭਾਲਤਾ? ਕਿਉਂਕਿ ਬਚਪਨ ਤੋਂ ਲੈ ਕੇ ਅੱਜ ਤੱਕ ਉਹਨੂੰ ਹਰਗੋਬਿੰਦ ਸਾਹਿਬ ਨੇ ਪਾਲਿਆ ਸੀ। ਇਹ ਅਧੋਗਤੀ ਨੂੰ ਨਹੀਂ ਜਾਣਾ ਚਾਹੀਦਾ। ਹੁਣ ਕਹੋ ਸਤਨਾਮ ਸ੍ਰੀ। ਜੇ ਉਹ ਪੈਂਦੇ ਖਾਂ ਅਧੋਗਤੀ ਨੂੰ ਜਾਂਦਾ ਹੈ, ਫਿਰ ਗੁਰੂ ਦੀ ਸ਼ਰਨ ਵਿੱਚ ਰਹਿਣ ਦਾ ਕੀ ਫਾਇਦਾ ਬਈ? ਆਪਣੇ ਦੁਸ਼ਮਣ ਨੂੰ ਵੀ ਮਰਦੇ ਮਰਦੇ ਨੂੰ ਪਾਤਸ਼ਾਹ ਮੁਕਤੀ ਦਿੰਦੇ ਆ ਵੀ ਨਹੀਂ, ਹੁਣ ਤੂੰ ਮਾਂ ਨੂੰ ਯਾਦ ਨਹੀਂ ਕਰਨਾ, ਹੁਣ ਤੂੰ ਆਪਦਾ ਕਲਮਾ ਪੜ੍ਹ ਜੋ ਤੁਸੀਂ ਅੱਲਾਹੂ ਅਕਬਰ ਆਦਿ ਅਖੀਰ ਵੇਲੇ ਪੜ੍ਹਦੇ ਹੋ। ਕਹੋ ਸਤਨਾਮ ਸ੍ਰੀ। ਇਸ ਕਰਕੇ ਸਭਨਾ ਜੀਆਂ ਕਾ ਇੱਕ ਦਾਤਾ, ਜੋਤੀ ਜੋਤ ਮਿਲਾਵਨ ਹਾਰ। ਔਰ ਭਾਈ ਮਰਦਾਨਾ ਜੀ ਬੈਠ ਕੇ ਦੇਖਣ ਲੱਗੇ ਆਪਣੇ ਆਪ ਨੂੰ, ਕਿਉਂਕਿ ਪਾਤਸ਼ਾਹ ਜੀ ਦੇ ਨਾਲ ਰਿਹਾ ਬ੍ਰਹਮ ਗਿਆਨ ਹੋ ਗਿਆ ਭਾਈ ਮਰਦਾਨਾ ਜੀ ਨੂੰ ਵੀ। ਔਰ ਕਹਿਣ ਲੱਗੇ, ਆ ਮਹਾਰਾਜ ਲੱਗਦਾ 9 ਕੁ ਸਵਾਸ ਬਾਕੀ ਰਹਿ ਗਏ। ਕਹਿੰਦੇ ਠੀਕ ਹੈ ਭਾਈ ਮਰਦਾਨਿਆ, ਇਹਦੇ ਸਵਾਸ ਗਿਣ। ਕਹਿੰਦੇ ਭਾਈ ਮਰਦਾਨਾ ਜੀ ਦੇ ਸਵਾਸ ਜਿਹੜੇ ਸਨ, ਭਾਈ ਬਾਲਾ ਜੀ ਉਸ ਦਾ ਧਿਆਨ ਰੱਖਣ ਲੱਗੇ, ਉਹਦੇ ਸਵਾਸਾਂ ਦੀ ਗਿਣਤੀ ਕਰਨ ਲੱਗੇ। ਤੇ ਭਾਈ ਮਰਦਾਨੇ ਨੂੰ ਬਾਬਾ ਨਾਨਕ ਪੁੱਛਦੇ ਆ, ਮਰਦਾਨਿਆ ਹੁਣ ਤੂੰ ਜਾਂਦਾ ਜਾਂਦਾ ਸਾਨੂੰ ਇਹ ਵੀ ਦੱਸ ਦੇ ਬਈ ਤੇਰੇ ਸਰੀਰ ਦਾ ਕੀ ਕਰੀਏ?
ਇਹਦਾ ਸੰਸਕਾਰ ਕਰ ਦਈਏ ਕਿ ਇਸ ਨੂੰ ਨੱਪ ਕੇ ਇਹਦੀ ਕਬਰ ਬਣਾ ਦਈਏ, ਜਿਵੇਂ ਤੂੰ ਕਹੇਗਾ। ਮਰਦਾਨਾ ਕਹਿੰਦਾ ਮਹਾਰਾਜ ਹਜੇ ਵੀ ਕੋਈ ਫਰਕ ਹੈ, ਮੈਨੂੰ ਆਹ ਕਬਰ ਚੋਂ ਤੁਸੀਂ ਮਸਾਂ ਕੱਢਿਆ, ਅੱਜ ਮੇਰੀ ਮੁਕਤੀ ਹੋਣ ਲੱਗੀ ਆ ਤੇ ਹੁਣ ਤੁਸੀਂ ਮੈਨੂੰ ਦੂਜੀ ਕਬਰ 'ਚ ਫਸਾਉਣਾ? ਨਹੀਂ ਮਹਾਰਾਜ, ਜਦੋਂ ਮੇਰਾ ਸਰੀਰ ਛੁੱਟ ਜਾਵੇ ਕਰਕੇ ਲੱਕੜਾਂ ਇਕੱਠੀਆਂ ਸੰਸਕਾਰ ਕਰ ਦਿਓ ਮੇਰਾ, ਮੈਨੂੰ ਕਬਰ ਦੀ ਲੋੜ ਨਹੀਂ। ਪਾਤਸ਼ਾਹ ਕਹਿੰਦੇ ਦੁਨੀਆ ਫਿਰ ਤੈਨੂੰ ਪੂਜੂਗੀ? ਕਹਿੰਦੇ ਨਹੀਂ, ਮੈਨੂੰ ਸਮਝ ਆ ਗਈ ਹੈ, ਦੁਨੀਆ ਦੀ ਪੂਜਾ ਦੀ ਲੋੜ ਨਹੀਂ ਹੈ। ਦੁਨੀਆ ਨਾ ਸਲਾਹੇ ਜੋ ਮਰ ਵੰਝ ਸੀ, ਲੋਕਾਂ ਨਾ ਸਲਾਹੇ ਜੋ ਮਰ ਖਾਕਤੀ, ਵਾਹ ਵਾਹ ਮੇਰੇ ਸਹਿਵਾ। ਗੁਰਮੁਖ ਸਦਾ ਸਲਾਹੀ ਹੈ, ਉਸ ਪਰਮੇਸ਼ਰ ਨੂੰ ਸਿਮਰੀ। ਦੁਨੀਆ ਦੀ ਕੀ ਸਲਾਹਤਾ ਕਰਨੀ ਹੈ? ਤੇ ਭਾਈ ਮਰਦਾਨਾ ਜੀ ਨੇ ਸਤਿਗੁਰਾਂ ਦੇ ਸਾਹਮਣੇ ਫਿਰ ਜਿਹੜਾ ਹੈ ਉਹ ਸਰੀਰ ਤਿਆਗ ਦਿੱਤਾ ਉਸ ਜਗ੍ਹਾ ਦੇ ਉੱਤੇ। ਤੋ ਕਹਿਣ ਤੋਂ ਭਾਵ ਹੈ ਆਖਰੀ ਸਮਾਂ ਜਦੋਂ ਆਉਂਦਾ ਹੈ ਉਦੋਂ ਕਿਤੇ ਪਰਮੇਸ਼ਰ ਯਾਦ ਆ ਜਾਵੇ। ਏਕ ਚੀਤ ਜੇ ਇੱਕ ਛਿਣ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਜਦੋਂ ਇੱਕ ਚਿੱਤ ਹੋ ਕੇ ਮਰਦੇ ਹੋਏ ਉਸ ਨੂੰ ਯਾਦ ਕੀਤਾ, ਜਿਵੇਂ ਪੈਂਦੇ ਖਾਣ ਨੂੰ ਯਾਦ ਕਰਾਇਆ, ਤੇ ਫਿਰ ਉਹ ਕਾਲ ਦੇ ਚੱਕਰ ਚੋਂ ਨਿਕਲਦਾ ਜੀਵ। ਇਸ ਕਰਕੇ ਉਹ ਸਹਿਜ ਅਵਸਥਾ ਜਿਹਨੂੰ ਦੁਨੀਆ ਲੱਭਦੀ ਫਿਰਦੀ ਹੈ ਪਰ ਮਿਲਦੀ ਕਿਸੇ ਕਿਸੇ ਨੂੰ ਹੈ। ਸਹਿਜੇ ਨੂੰ ਸਭ ਲੋਚਦੀ, ਬਿਨ ਗੁਰ ਪਾਇਆ ਨਾ ਜਾਏ। ਗੁਰੂ ਤੋਂ ਬਗੈਰ ਸਮਝ ਨਹੀਂ ਆਉਂਦੀ ਉਸ ਗੱਲ ਦੀ। ਸਭਨਾ ਜੀਆਂ ਕਾ ਇੱਕ ਦਾਤਾ, ਜੋਤੀ ਜੋਤ ਮਿਲਾਵਣ ਹਾਰ। ਪੂਰੇ ਸ਼ਬਦ ਸਲਾਹੀ ਹੈ, ਜਿਸ ਦਾ ਅੰਤ ਨ ਪਾਰਾਵਾਰ। ਆਓ ਸ਼ਬਦ ਨਾਲ ਜੁੜ ਕਰਕੇ ਉਸ ਪਰਮੇਸ਼ਰ ਨੂੰ ਸਿਮਰੀਏ, ਸਲਾਹੀਏ, ਜਿਹੜਾ ਬੜਾ ਬੇਅੰਤ ਹੈ। ਗਿਆਨੀਆਂ ਕਾ ਧਨ ਨਾਮ ਹੈ, ਸਹਿਜ ਕਰੇ ਵਾਪਾਰ। ਇਸ ਤਰ੍ਹਾਂ ਨਾਮ ਜਪਣ ਵਾਲਿਆਂ ਦਾ, ਗਿਆਨੀਆਂ ਕਾ ਭਾਵ ਜਿਨ੍ਹਾਂ ਨੂੰ ਸੋਝੀ ਆ ਗਈ, ਜਿਨ੍ਹਾਂ ਨੂੰ ਗਿਆਨ ਹੋ ਗਿਆ, ਜਿਨ੍ਹਾਂ ਤੇ ਪਰਮੇਸ਼ਰ ਨੇ ਕਿਰਪਾ ਕਰ ਦਿੱਤੀ। ਗਿਆਨੀਆਂ ਕਾ ਧਨ ਨਾਮ ਹੈ। ਪਾਤਸ਼ਾਹ ਜੀ ਕਹਿੰਦੇ ਉਹ ਫਿਰ ਨਾਮ ਦਾ ਹੀ ਵਪਾਰ ਕਰਦੇ ਹੈ, ਭਾਵ ਉਹ ਨਾਮ ਦੀਆਂ ਵਿਚਾਰਾਂ ਕਰਦੇ ਹੈ, ਨਾਮ ਦੀ ਗੱਲ ਕਰਦੇ ਹਨ, ਨਾਮ ਨਾਲ ਆਪ ਜੁੜਦੇ ਹੈ ਤੇ ਹੋਰਨਾਂ ਨੂੰ ਵੀ ਜੋੜਦੇ ਹਨ। ਇਸ ਤਰ੍ਹਾਂ ਗਿਆਨੀਆਂ ਕਾ ਧਨ ਨਾਮ ਹੈ, ਜੋਤੀ ਜੋਤ ਗਿਆਨੀਆਂ ਕਾ ਧਨ ਨਾਮ ਹੈ, ਸਹਿਜ ਕਰੇ ਵਾਪਾਰ। ਉਹ ਗਿਆਨ ਦੇ ਨਾਲ ਫਿਰ ਨਾਮ ਦੀ ਗੱਲ ਹੀ ਕਰਦੇ ਹੈ। ਨਾਨਕ ਹੈ ਘਰ ਕੇਵਲ ਨਾਮ, ਉਹ ਨਾਮ ਦੀ ਗੱਲ ਕਰਦੇ ਆ। ਫਿਰ ਪ੍ਰੀਤਮ ਜੀ ਕਹਿੰਦੇ ਸਹਿਜ ਕਰੇ ਵਾਪਾਰ, ਗਿਆਨ ਦੇ ਨਾਲ ਗਿਆਨ ਦਾ ਲੈਣ ਦੇਣ ਕਰਨਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਜਦੋਂ ਦੋ ਬ੍ਰਹਮ ਗਿਆਨੀ ਬੈਠ ਕੇ ਗੱਲਾਂ ਬਾਤਾਂ ਕਰਦੇ ਆ, ਫਿਰ ਪਤਾ ਨਹੀਂ ਕਿੰਨੇ ਘੰਟੇ ਉਹ ਗੱਲਾਂ ਕਰੀ ਜਾਣ, ਭੁੱਖ ਨਹੀਂ ਲੱਗਦੀ ਉਹਨਾਂ ਨੂੰ। ਕੋਈ ਸਤਨਾਮ ਭੁੱਲ ਜਾਂਦੀਆਂ, ਰੋਟੀਆਂ ਰਾਟੀਆਂ ਖਾਣੀਆਂ ਤੇ ਹੋਰ ਸੰਸਾਰ ਦੀਆਂ ਭੁੱਖਾਂ ਤੇ ਖਤਮ ਹੋ ਜਾਂਦੀਆਂ। ਗਿਆਨੀਆਂ ਕਾ ਧਨ ਨਾਮ ਹੈ, ਸਹਿਜ ਕਰੇ ਵਾਪਾਰ। ਅਣਦਿਨ ਲਾਹਾ ਹਰ ਨਾਮ ਲੈਣ, ਅਖੁੱਟ ਭਰੇ ਭੰਡਾਰ। ਅਣਦਿਨ ਲਗਾਤਾਰ, ਅਣਦਿਨ ਦਾ ਮਤਲਬ ਹੈ ਬਿਨਾਂ ਦਿਨ ਗਿਣਿਆ, ਲਗਾਤਾਰ ਉਹ ਪਰਮੇਸ਼ਰ ਦੇ ਨਾਮ ਦਾ ਲਾਹਾ ਖੱਟਦੇ ਆ ਔਰ ਉਹਨਾਂ ਦੇ ਭੰਡਾਰੇ ਭਰ ਜਾਂਦੇ ਆ, ਜਿਹੜੇ ਕਦੇ ਖੁੱਟਦੇ ਨਹੀਂ, ਭਾਵ ਖਤਮ ਹੋਣ ਵਾਲੇ ਨਹੀਂ। ਹੁਣ ਆ ਵਿਚਾਰ ਚਰਚਾ, ਗੁਰੂ ਕੀ ਸੰਗਤ, ਗੁਰਬਾਣੀ ਜਿਹੜੀ ਹੈ ਕਿਤੇ ਮੁੱਕਣ ਵਾਲੀ ਥੋੜ੍ਹਾ ਹੀ ਆ। ਜਿੰਨਾ ਚਿਰ ਮਰਜ਼ੀ ਆਪਾਂ ਇਸ ਉੱਤੇ ਵਿਸ਼ੇ ਤੇ ਵਿਚਾਰਾਂ ਕਰੀ ਚੱਲੀਏ, ਇਹ ਮੁੱਕਦੀਆਂ ਨਹੀਂ। ਇਹ ਅਖੁੱਟ ਭੰਡਾਰਾ ਹੈ ਇਹ ਵੀ। ਔਰ ਗੁਰੂ ਕਾ ਲੰਗਰ ਜੋ ਚਲਾਇਆ 20 ਰੁਪਈਆਂ ਦਾ, ਉਹ ਵੀ ਅਖੁੱਟ ਭੰਡਾਰਾ ਹੈ। ਕੋ ਸਤਨਾਮ ਸੀ, ਇਹ ਵੀ ਉਸੇ ਨਾਮ ਚੋਂ ਨਿਕਲੇ ਆ। ਜੋ ਲੰਗਰ ਲਗਾਤਾਰ ਚੱਲਦੇ ਆ ਗੁਰੂ ਨਾਨਕ ਦੇ ਘਰ ਵਿੱਚ, ਇਹ ਵੀ ਉਹਦੀ ਕਿਰਪਾ ਦੇ ਨਾਲ ਹੀ ਚੱਲਦੇ ਆ, ਉਸੇ ਨਾਮ ਚੋਂ ਹੀ ਚੱਲਦੇ ਹਨ। ਅਣਦਿਨ ਲਾਹਾ ਹਰ ਨਾਮ ਲੈਣ, ਅਖੁੱਟ ਭਰੇ ਭੰਡਾਰ। ਨਾਨਕ ਤੋਟ ਨ ਆਵਈ, ਦੀਏ ਦੇਵਨਹਾਰ। ਇਹ ਦਾਤਾਂ ਸਾਨੂੰ ਅਕਾਲ ਪੁਰਖ ਨੇ ਦਿੱਤੀਆਂ, ਜਿਹੜੀਆਂ ਕਦੇ ਮੁੱਕਣ ਵਾਲੀਆਂ ਨਹੀਂ। ਕੋ ਸਤਨਾਮ ਸੀ। ਤੀਜੇ ਨਾਨਕ ਸਤਿਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਜਿਨ੍ਹਾਂ ਨੂੰ ਇਹ ਗਿਆਨ ਪ੍ਰਾਪਤ ਹੋ ਗਿਆ। ਸ਼ੁਰੂ ਕੀਤਾ ਸੀ ਪਿਛਲੇ ਦਿਨੀ ਆਪਾਂ ਸ਼ਬਦ, ਸ੍ਰੀ ਰਾਗ ਮਹੱਲਾ ਤੀਜਾ,
सहजै नो सब लोचदी, बिन गुर पाया न जाए। पढ़ पढ़ पंडित जोत की, थके भेखी भरम भुलाए। गुर भेटे सहज पाया, अपनी कृपा करे रजाए। भाई रे गुर बिन सहज न होए। गुरु तो बगैर ज्ञान नहीं आउंदा, सहज अवस्था नहीं बनती। शब्द ही ते सहज उपजै, ये ज्ञान शब्द विचों निकलदा है। सब तो पहला शब्द ही बनिया सी। शब्दे धरती शब्दे आकाश, शब्द शब्द भया प्रकाश। सगल समगरी शब्द के पाछै, नानक शब्द घटै घट आछै। शब्द को चीन भाई, शब्द को खोज भाई। शब्द के चानने एक वस्त पाई। शब्द ना जाने से अन्ने बोले, से किते आए संसारा। वो केड़ा शब्द है ਜਿਹੜੇ शब्द विचों आ अखर निकले है, वो शब्द का कोई अखर नहीं हैगा। कोई सतनाम श्री, ये भी याद रखियो। जिन्हें लिखे तिस सिर नाहे, जिन्हें आ अखर लिखे है वो निरखर है, उसका आपदा कोई अखर नहीं है। और चक्कर चिन्ह यार वर्ण जात यार पात नाहन, जे रूप रंग यार रेख भेख को कह ना सकत कहे। अचल मूर्त अनभव प्रकाश, ਉਹਨੂੰ ਅਨੁਭਵ ਕੀਤਾ ਜਾ ਸਕਦਾ, ਫੀਲ ਕੀਤਾ ਜਾ ਸਕਦਾ ਹੈ। ਉਹਨੂੰ ਐ ਦਿਖਾਇਆ ਨਹੀਂ ਜਾ ਸਕਦਾ ਵੀ ਉਹ ਇਹੋ ਜਿਹਾ। ਜਿਵੇਂ ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਖਾਈਏ। ਗੁੜ ਤਾਂ ਵਿਖਾਇਆ ਜਾ ਸਕਦਾ ਹੈ। ਜੇ ਕੋਈ ਕਹੇ ਵੀ ਗੁੜ ਕਿਹੋ ਜਿਹਾ, ਭਾਈ ਮਿੱਠਾ ਹੁੰਦਾ, ਇਹ ਮਿੱਠਾ ਕਿਹੋ ਜਿਹਾ ਹੁੰਦਾ, ਤੇ ਫਿਰ ਕੀ ਕਹਿਣਾ ਪੈਂਦਾ ਵੀ ਖਾ ਕੇ ਦੇਖ ਲਾ, ਮੈਨੂੰ ਨਹੀਂ ਪਤਾ। ਹੁਣ ਮੈਂ ਫੀਲ ਤਾਂ ਕਰ ਲਿਆ, ਪਰ ਮੈਂ ਦੱਸ ਨਹੀਂ ਸਕਦਾ ਵੀ ਮਿੱਠਾ ਕਿਹੋ ਜਿਹਾ ਹੁੰਦਾ। ਕੋਈ ਸਤਨਾਮ ਸੀ। ਇਸੇ ਤਰ੍ਹਾਂ ਹੀ ਇਹ ਜਿਹੜਾ ਸ਼ਬਦ ਦਾ ਗਿਆਨ ਹੈ, ਇਹ ਵੀ ਜਿਨ੍ਹਾਂ ਨੂੰ ਸਮਝ ਆ ਗਈ ਉਹਨਾਂ ਨੂੰ ਸਵਾਦ ਆ ਗਿਆ, ਤੇ ਜਿਨ੍ਹਾਂ ਨੂੰ ਸਵਾਦ ਆ ਗਿਆ ਉਹਨਾਂ ਨੂੰ ਹੀ ਪਤਾ ਹੈ ਭਾਈ ਰੇ ਗੁਰ ਬਿਨ ਸਹਿਜ ਨਾ ਹੋਏ। ਗੁਰੂ ਦੇ ਬਿਨਾ ਇਸ ਸਹਿਜ ਅਵਸਥਾ ਦੀ ਪ੍ਰਾਪਤੀ ਨਹੀਂ ਹੁੰਦੀ। ਸ਼ਬਦੇ ਹੀ ਤੇ ਸਹਿਜ ਉਪਜੈ, ਇਹ ਸ਼ਬਦ ਤੋਂ ਪੈਦਾ ਹੋਇਆ ਹੈ। ਮੁਸਲਮਾਨ ਕਹਿੰਦੇ ਹਨ ਕੁਨ ਹੋ ਕੂਨ, एक दुनिया कुदरती बनी। और कुछ लोग इहनूं लगोस कहते हैं। और साइंस ने कहा पहला खड़का होया, खड़का होया, धरती फटी, उस खड़के तो फिर बाद सृष्टि बननी शुरू हुई। पर बाबे नानक ने सही दसिया कि खड़का नहीं होया, शब्द होया। कीता पसाओ एको कवाओ, तिसते होए लख दरियाओ। कुदरत कवन कहाँ विचार, वारिया न जावा एक वार। जदों परमेश्वर ने पसारा किया तो एक शब्द किया कि हो जा, की कहंदा हो जा, ते बस उन्हें हो जा कहा। उस तो हवा बनी, हवा ठंडी होके पानी बनिया, पानी विचों अग पैदा करके तीन तत्त पैदा किए। एका माई जुगत विआई, तीन चेले प्रवान। ये तीन तत्त हैं अग पानी ते हवा, जिन्हों हिंदू मत ने ब्रह्मा विष्णु महेश कहा है ना। ये विष्णु हवा है, ब्रह्मा पानी है और महादेव अग है। बस ये तिन्ने तत्त पैदा किए। साचे ते पवना पया, पवना ते जल होए, जल ते त्रै भवन साजिया, घट घट जोत समोए। तो कित्थों दुनिया पैदा हुई? शब्द विचों। हो जा, जद हो जा के आते उहदे विचों ही सब कुछ बनना शुरू हो गया। भाई रे गुर बिन सहज न होए, ਇਹਦੀ ਸਮਝ ਵੀ ਸ਼ਬਦ ਨਾਲ ਆਵੇਗੀ, ਪੈਦਾ ਵੀ ਸ਼ਬਦ 'ਚੋਂ ਹੋਏ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ, ਮੁਖ ਉਜਲ ਆਸ਼ਾ ਕਹਿੰਦੇ ਸਿੱਖੋ ਸ਼ਬਦ ਹੀ ਸਾਡੇ ਟੇਕ ਆਸਰਾ ਹੈ। ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਆਓ ਇਸ ਇੱਕ ਸ਼ਬਦ ਨਾਲ ਜੁੜੀਏ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, वाह गुरु, वाह गुरु। इस शब्द के विचों ही सारे शब्दों का ज्ञान हो जाना है। और एक है वाहिगुरु, एक है, अनेक है, खत्म हो गया तो फिर एक है। कोई सतनाम, सब कुछ खत्म हो गया, एक फिर रह जाता है। एक चो अनेका होया है ते अनेका तो फिर एक हो जाता है। ये समय समय ते हुंदा रहिंदा है। उत्पत परलो शब्द होवे, शब्दे ही फिर उपत होवे। अरबद नरबद धुंदू कारा, धन न गगना हुक्म अपारा।
ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁੰਨ ਸਮਾਧ ਲਗਾਏਂਦਾ, ਉਦੋਂ ਕੱਲਾ ਹੀ ਸੀਗਾ। ਦੁਨੀਆ ਵਿੱਚ ਹਨੇਰਾ ਸੀਗਾ, ਕੁਛ ਵੀ ਨਹੀਂ ਸੀਗਾ। ਉਹਦੇ ਵਿੱਚੋਂ ਸ਼ਬਦ ਪੈਦਾ ਹੋਇਆ, ਹੋ ਜਾ, ਤੇ ਫਿਰ ਦੁਨੀਆ ਬਣਨੀ ਸ਼ੁਰੂ ਹੋ ਗਈ। ਖੈਰ, ਇਹਨਾਂ ਵਿਚਾਰਾਂ ਨੂੰ ਇੱਥੇ ਰੋਕਦੇ ਆ। ਸ਼ਬਦ ਸੰਪੂਰਨ ਹੋਇਆ। ਇਹ ਅੱਗੇ ਅੰਗ 69 ਤੋਂ ਸ਼ਬਦ ਚੱਲਦਾ ਹੈ, ਇਸੇ ਨਾਲ ਜੋੜਦੇ ਹੋਏ। ਸਤਿਗੁਰ ਮਿਲਿਆ ਫੇਲ ਨਾ ਪਵੈ, ਜਨਮ ਮਨ ਦੁਖ ਜਾਏ, ਪੂਰੇ ਸ਼ਬਦ ਸਭ ਸੋਝੀ ਹੋਈ, ਹਰਨਾਮੈ ਰਹਿ ਸਮਾਏ। ਇਹਦੇ ਵਿੱਚ ਕੀ ਬਖਸ਼ਦੇ ਨੇ, ਇਹ ਵਿਚਾਰਾਂ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।